ਗੁਣ ਗਾਵਹਿ ਬੇਅੰਤ ਅੰਤ ਇਕ ਤਿਲ ਨਹੀਂ ਪਾਸੀ। ਜਾ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮੈ ਬਿਲਾਸੀ। ਧਨ ਧਨ ਤੇ ਧਨ ਜਨ ਜਿਹ ਕਿਰਪਾਲ ਹਰ ਹਰ ਭਇਓ। ਹਰ ਗੁਰੂ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਥੇ ਰਹੋ। ਪ੍ਰਭ ਦਾਤੋ ਦਾਤਾਰ ਭਰਿਓ ਜਾਚਕ ਇਕ ਸਰਨਾ। ਮਿਲੈ ਦਾਨ ਸੰਤਰੇਨ ਜਿਹੇ ਲਗ ਭੋਜਲ ਤਰਨਾ। ਬੇਨਤ ਕਰੋ ਅਰਦਾਸ ਸੁਨਹੁ ਜੇ ਠਾਕੁਰ ਭਾਵੈ। ਦਿਓ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ। ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਪਿਪਲੀ ਸਾਹਿਬ ਵਿਖੇ ਸੇਵਕ ਇਸ਼ਨਾਨ ਜਥੇ ਨੇ ਜੋ ਉਪਰਾਲਾ ਕੀਤਾ ਹੈ, ਕਿਉਂਕਿ ਸਾਰੇ ਸੰਸਾਰ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਥਾਂ ਥਾਂ ਤੇ ਸਿੱਖ ਸੰਗਤਾਂ ਸ਼ਰਧਾ ਤੇ ਭਾਵਨਾ ਨਾਲ ਗੁਰਪੁਰਬ ਮਨਾ ਰਹੀਆਂ ਹਨ। ਇਸੇ ਹੀ ਸੰਬੰਧ ਵਿੱਚ ਸੇਵਕ ਜਥੇ ਨੇ ਉਪਰਾਲਾ ਕੀਤਾ ਹੈ। ਬਹੁਤ ਚੰਗਾ ਉਪਰਾਲਾ ਕੀਤਾ ਹੈ। ਸਤਿਗੁਰੂ ਕਿਰਪਾ ਕਰਨ, ਇਹਨਾਂ ਨੂੰ ਇਸੇ ਤਰ੍ਹਾਂ ਹੀ ਸੇਵਾ ਦਾ ਬਲ ਬਖਸ਼ਦੇ ਰਹਿਣ। ਸਾਹਿਬ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਕਲ ਤਾਰਨ ਗੁਰੂ ਨਾਨਕ ਆਇਆ। ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ, ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਸੰਸਾਰ ਵਿੱਚ ਆਏ। ਧੁਰ ਦਰਗਾਹ ਤੋਂ ਵਾਹਿਗੁਰੂ ਅਕਾਲ ਪੁਰਖ ਨੇ ਉਹਨਾਂ ਨੂੰ ਇਸ ਸੰਸਾਰ ਤੇ ਗੁਰੂ ਰੂਪ ਸੰਸਾਰ ਵਿੱਚ ਭੇਜਿਆ, ਸੰਸਾਰ ਨੂੰ ਉਪਦੇਸ਼ ਕਰਨ ਵਾਸਤੇ। ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਗੁਰੂ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ, ਜੋ ਪਰੇ ਤੋਂ ਪਰੇ ਸਾਰੇ ਸੰਸਾਰ ਵਿੱਚ ਵਿਆਪਕ ਪਰਮ ਵੱਡਾ ਸਾਰੇ ਸੰਸਾਰ ਦਾ ਮਾਲਕ ਈਸ਼ਵਰ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਗੁਰੂ ਪਾਰ ਬ੍ਰਹਮ ਪਰਮੇਸ਼ਰ ਆਪ ਹੀ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਿਕਰਮੀ 1526 ਕਾਰਤਕ ਦੀ ਪੂਰਨਮਾਸੀ ਵਾਲੇ ਦਿਨ ਰਾਏ ਭੋਏ ਦੀ ਤਲਵੰਡੀ ਬਾਬਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ। ਜਦੋਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪ੍ਰਗਟ ਹੋਏ, ਆਕਾਸ਼ ਵਿੱਚ ਸੁਤੇ ਸਿੱਧ ਪ੍ਰਕਾਸ਼ ਹੋਇਆ। ਹਵਾ ਵਿੱਚ ਸੁਗੰਧੀ ਸਾਰੇ ਦੇ ਸਾਰੇ ਹੀ ਫੈਲ ਗਈ। ਤੇ ਉਸ ਵੇਲੇ ਕਹਿੰਦੇ ਹਨ ਕਿ ਜਦੋਂ ਪ੍ਰਗਟ ਹੋਏ ਤੇ ਗੁਪਤ ਰੂਪ ਵਿੱਚ ਦੇਵਤਿਆਂ ਨੇ ਆ ਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਆਰਤੀ ਉਚਾਰੀ। ਜਦੋਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਸੰਸਾਰ ਤੇ ਆਏ ਤੇ ਜਾ ਕੇ ਜੋ ਇੱਥੋਂ ਪ੍ਰੋਤ ਸੀ ਬਾਬੇ ਕਾਲੂ ਦਾ, ਜੋਤਿਸ਼ ਵਿੱਚ ਵੀ ਸਿਆਣਾ ਸੀ, ਉਸ ਨੂੰ ਬੁਲਾ ਕੇ ਲਿਆਂਦਾ। ਉਸਨੇ ਆਪਣਾ ਹਿਸਾਬ ਕਿਤਾਬ ਲਾਇਆ ਤੇ ਉਸਨੇ ਕਿਹਾ ਕਿ ਇਹ ਰੱਬੀ ਜੋਤ ਸੰਸਾਰ ਦੇ ਜੀਵਾਂ ਨੂੰ ਸੰਸਾਰ ਤੋਂ ਤਾਰਨ ਵਾਸਤੇ ਇਸ ਸੰਸਾਰ ਵਿੱਚ ਆਈ ਹੈ।
ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਤਰ੍ਹਾਂ ਸੰਸਾਰ ਵਿੱਚ ਪ੍ਰਗਟ ਹੋਏ। ਤੁਰ ਦਰਗਾਹ ਤੋਂ ਆਏ ਸਨ। ਦਾਤ ਪਰਮੇਸ਼ਰ ਨੇ ਆਪ ਹੀ ਬਖਸ਼ੀ ਸੀ, ਕਿਉਂਕਿ ਭਾਈ ਗੁਰਦਾਸ ਜੀ ਨੇ ਕਿਹਾ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਤੁਰ ਦਰਗਾਹ ਤੋਂ, ਉਸ ਦੇ ਦਰ ਤੋਂ ਬਖਸ਼ਿਸ਼ ਪ੍ਰਾਪਤ ਕਰਕੇ ਹੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਆਏ ਸਨ। ਇਸ ਕਰਕੇ ਛੋਟੀ ਉਮਰ ਤੋਂ ਹੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਸੰਸਾਰ ਨੂੰ ਉਪਦੇਸ਼ ਦੇਣਾ ਆਰੰਭ ਕੀਤਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜਿਸ ਵੇਲੇ 5 ਸਾਲ ਦੇ ਹੋ ਗਏ ਸਨ ਤੇ ਬਾਬਾ ਕਾਲੂ ਜੀ ਨੇ ਉਹਨਾਂ ਨੂੰ ਪੜ੍ਹਨ ਪਾਇਆ ਤੇ ਉਸ ਵੇਲੇ ਗੋਪਾਲ ਪਾਧਾ ਇੱਥੇ ਪੜ੍ਹਾਉਂਦਾ ਸੀ। ਅਜੇ ਤੀਕ ਨਨਕਾਣੇ ਸਾਹਿਬ ਵਿੱਚ ਪੱਟੀ ਸਾਹਿਬ ਗੁਰਦੁਆਰਾ ਹੈ, ਜਿੱਥੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਬਾਬਾ ਕਾਲੂ ਜੀ ਪੜ੍ਹਨੇ ਪਾ ਕੇ ਆਏ ਸਨ। ਇੱਥੇ ਕੁਝ ਦਿਨ ਸਾਹਿਬ ਸਤਿਗੁਰੂ ਜੀ ਜੋ ਕੁਝ ਗੋਪਾਲ ਦੱਸਦਾ ਰਿਹਾ ਉਹ ਪੜ੍ਹਦੇ ਰਹੇ। ਇੱਕ ਦਿਨ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਨੇ ਗੋਪਾਲ ਨੂੰ ਪੁੱਛਿਆ ਕਿ ਪਾਂਧਾ ਜੀ, ਇਹ ਵਿਦਿਆ ਪੜ੍ਹਨ ਨਾਲ ਕੀ ਪ੍ਰਾਪਤ ਹੁੰਦਾ ਹੈ? ਤੋ ਉਸ ਵੇਲੇ ਕਹਿਣ ਲੱਗਾ, ਨਾਨਕ, ਵਿਦਿਆ ਦੇ ਨਾਲ ਵਡਿਆਈਆਂ ਮਿਲਦੀਆਂ ਹਨ, ਧਨ ਦੌਲਤ ਮਿਲਦਾ ਹੈ, ਸੰਸਾਰ ਵਿੱਚ ਸ਼ੋਹਰਤ ਹੁੰਦੀ ਹੈ, ਰਾਜ ਭਾਗ ਵਿੱਚ ਹਿੱਸਾ ਮਿਲ ਜਾਂਦਾ ਹੈ ਅਤੇ ਦੁਨੀਆ ਵਿੱਚ ਮਾਣ ਸਤਿਕਾਰ ਹੁੰਦਾ ਹੈ। ਉਸ ਨੇ ਇਸ ਤਰ੍ਹਾਂ ਦੇ ਕੁਝ ਗੁਣ ਵਿਦਿਆ ਦੇ ਦੱਸੇ ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਗੋਪਾਲ ਨੂੰ ਕਿਹਾ ਕਿ ਜਿਸ ਪ੍ਰਭੂ ਨੇ ਸਾਨੂੰ ਸੰਸਾਰ ਤੇ ਭੇਜਿਆ ਹੈ, ਉਸ ਵਾਹਿਗੁਰੂ ਅਕਾਲ ਪੁਰਖ ਨੇ ਸਾਨੂੰ ਬਿਨਾਂ ਮੁੱਲ ਤੋਂ ਹਵਾ ਦਿੱਤੀ ਹੈ, ਪਾਣੀ ਮੁਫਤ ਵਿੱਚ ਦਿੱਤਾ ਹੈ, ਧਰਤੀ ਵਿਚਰਨ ਵਾਸਤੇ ਦਿੱਤੀ ਹੈ, ਸਰੀਰ ਦੇ ਵਿੱਚ ਉਸਨੇ ਜਠਰਾ ਅਗਨੀ ਪਾਈ ਹੈ, ਜਿਹਦੇ ਨਾਲ ਸਰੀਰ ਗਰਮ ਰਹਿੰਦਾ ਹੈ ਤੇ ਖੂਨ ਹਰਕਤ ਕਰਦਾ ਹੈ। ਉਹਨੇ ਵੇਖਣ ਵਾਸਤੇ ਅੱਖਾਂ ਦਿੱਤੀਆਂ ਹਨ, ਸੁਣਨ ਵਾਸਤੇ ਕੰਨ ਦਿੱਤੇ ਹਨ, ਬੋਲਣ ਵਾਸਤੇ ਜ਼ੁਬਾਨ ਦਿੱਤੀ ਹੈ। ਇਹ ਸਾਰੀਆਂ ਦਾਤਾਂ ਉਸ ਦਾਤੇ ਨੇ ਦਿੱਤੀਆਂ ਹਨ ਤੇ ਉਸ ਨਾਲ ਵੀ ਕੁਝ ਜੁੜਨ ਦਾ ਉਪਰਾਲਾ ਕਰਨਾ ਚਾਹੀਦਾ ਹੈ, ਸਕਦਾ ਹੈ। ਇਹ ਗੱਲਾਂ ਸੁਣ ਕੇ ਗੋਪਾਲ ਪਾਂਧਾ ਹੈਰਾਨ ਰਹਿ ਗਿਆ ਸੀ। ਉਸ ਨੂੰ ਹਰਦਿਆਲ ਪ੍ਰੋਤ ਦੀ ਗੱਲ ਚੇਤੇ ਆ ਗਈ ਸੀ ਕਿ ਇਹ ਦੁਨੀਆ ਨੂੰ ਤਾਰਨ ਵਾਸਤੇ ਆਏ ਹਨ। ਉਹਨਾਂ ਨੇ ਕਿਹਾ, ਨਾਨਕ, ਮੈਨੂੰ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ, ਜੇ ਤੁਹਾਨੂੰ ਕੋਈ ਐਸੀ ਸੋਝੀ ਹੋ ਤੇ ਮੈਨੂੰ ਚਾਨਣ ਪਾਓ। ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਛੋਟੀ ਜੀ ਅਵਸਥਾ ਵਿੱਚ ਹੀ ਹਰਦਿਆਲ ਪ੍ਰੋਤ ਨੂੰ ਜੋ ਉਪਦੇਸ਼ ਦਿੱਤਾ ਸੀ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਸ੍ਰੀ ਰਾਗ ਵਿੱਚ, ਸ੍ਰੀ ਰਾਗ ਮਹੱਲਾ ਪਹਿਲਾ, ਸ੍ਰੀ ਰਾਗ ਵਿੱਚ ਇਹ ਸ਼ਬਦ ਉਚਾਰ ਕੇ ਸਤਿਗੁਰੂ ਜੀ ਨੇ ਦੱਸਿਆ। ਕਹਿਣ ਲੱਗੇ, ਇਹ ਪਾਦੇ ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲੇਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨ ਪਾਰਾਵਾਰ। ਬਾਬਾ, ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ, ਤਿਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਮ। ਇਹ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਐ ਪਾਂਧਾ ਜੀ, ਉਹਨਾਂ ਦੇ ਮੱਥੇ ਤੇ ਤਿਲਕ ਲੱਗਦੇ ਹਨ, ਇੱਥੇ ਵੀ ਤੇ ਸੱਚੇ ਦੀ ਦਰਗਾਹ ਵਿੱਚ ਵੀ, ਪਰ ਕਿਹਨਾਂ ਦੇ ਲੱਗਦੇ ਹਨ? ਜਿਨ੍ਹਾਂ ਦੇ ਮਨ ਵਿੱਚ
ਉਹ ਦੇਣਹਾਰ ਦਾਤੇ ਜਿਹਨੇ ਇਹ ਸਭ ਕੁਝ ਦਿੱਤਾ ਹੈ, ਉਹਦਾ ਨਾਂ ਜਿਨ੍ਹਾਂ ਦੇ ਮਨ ਵਿੱਚ। ਤੋ ਨਾਨਕ ਕਰਮੀ ਪਾਈ ਨਾਹੀਂ ਗੱਲੋਂ ਵਾਓ ਦਵਾਓ, ਨਹੀਂ ਤੇ ਬਾਕੀ ਦੀਆਂ ਗੱਲਾਂ ਹਵਾ ਵਾਂਗੂ ਹਨ। ਇਹ ਉਹਦੀ ਬਖਸ਼ਿਸ਼ ਦੇ ਦੁਆਰਾ ਹੀ ਉਹ ਨਾਮ ਦੀ ਦਾਤ, ਸੱਚੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਬਾਕੀ ਸਾਰੀਆਂ ਗੱਲਾਂ ਹਵਾ ਦੇ ਬੁੱਲੇ ਵਾਂਗੂ ਆ ਕੇ ਲੰਘ ਜਾਣ ਵਾਲੀਆਂ ਹਨ, ਫਜ਼ੂਲ ਹੀ ਹਨ। ਇਹ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਉਸ ਵਾਹਿਗੁਰੂ ਅਕਾਲ ਪੁਰਖ ਦੇ ਦਰ ਤੇ ਇੱਕੋ ਹੀ ਪੜ੍ਹਾਈ ਪ੍ਰਵਾਨ ਹੈ। ਉਹ ਕਿਹੜੀ ਪੜ੍ਹਾਈ? ਉਸ ਸੱਚੇ ਨੂੰ ਚਿੱਤ ਵਿੱਚ ਰੱਖਣਾ, ਉਸ ਸੱਚੇ ਨੂੰ ਯਾਦ ਰੱਖਣਾ, ਉਹਦਾ ਨਾਮ ਸਵਾਸ ਸਵਾਸ ਜਪਣਾ ਕਿ ਹੇ ਦਾਤਾ ਤੂੰ ਧਨ ਹੈ, ਤੂੰ ਸਾਨੂੰ ਸਰੀਰ ਦਿੱਤਾ ਹੈ, ਤੂੰ ਸਾਨੂੰ ਇਹ ਸਾਰੇ ਅੰਗ ਦਿੱਤੇ ਹਨ, ਤੂੰ ਸਾਡੇ ਅੰਦਰ ਬੈਠ ਕੇ ਸਾਡੇ ਸਰੀਰ ਨੂੰ ਚਲਾ ਰਿਹਾ ਹੈ। ਬਸ ਇਹ ਜਿਹੜੀ ਯਾਦ ਹੈ ਨਾ ਅੱਠੇ ਪਹਿਰ ਦੀ, ਇਹ ਬਖਸ਼ਿਸ਼ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਬਾਕੀ ਗੱਲਾਂ ਹਵਾ ਦੇ ਬੁੱਲੇ ਵਾਂਗੂ ਆ ਕੇ ਲੰਘ ਜਾਣੀਆਂ ਹਨ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵੇਲੇ ਇਹ ਕਿਹਾ ਸੀ। ਤੋ ਸਾਹਿਬ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ ਕਿਹਾ ਸੀ, ਉਹਨਾਂ ਦੇ ਮੱਥੇ ਤੇ ਤਿਲਕ ਨਿਕਲਦੇ ਹਨ ਜਿਨ੍ਹਾਂ ਦੇ ਮਨ ਵਿੱਚ ਸੱਚਾ ਨਾਮ ਹੈ। ਫਿਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ ਅਗਾਂਹ ਹੋਰ ਇਸ ਪਾਂਧੇ ਨੂੰ ਉਪਦੇਸ਼ ਦਿੱਤਾ ਹੈ। ਨਾਨਕ ਕਰਮੀ ਪਾਈ ਨਾਹੀਂ ਗੱਲ, ਇੱਕ ਆਮਹਿ ਇੱਕ ਜਾਹੇ ਉੱਠ, ਰੱਖੀ ਹੈ ਨਾਮ ਸਲਾਰ, ਇੱਕ ਉਪਾਏ ਮੰਗਤੇ, ਇੱਕ ਨਾ ਵੱਡੇ ਦਰਬਾਰ। ਕਹਿੰਦੇ ਇਸ ਦੁਨੀਆ ਦੇ ਵਿੱਚ ਬੇਅੰਤ ਲੋਕ ਕਈ ਇੱਕ ਆਉਂਦੇ ਹਨ ਤੇ ਕਈ ਇਸ ਸੰਸਾਰ ਤੋਂ ਤੁਰੇ ਜਾਂਦੇ ਹਨ। ਇਹਨਾਂ ਦੁਨੀਆ ਦੇ ਵਿੱਚ ਜਿਨ੍ਹਾਂ ਕੋਲ ਧਨ ਦੌਲਤ ਤੇ ਪਦਾਰਥ ਤੇ ਹਕੂਮਤ ਹੈ, ਉਹਨਾਂ ਨੂੰ ਲੋਕ ਸਲਾਰ ਸਰਦਾਰ ਕਹਿੰਦੇ ਹਨ, ਵੱਡੇ ਅਹੁਦਿਆਂ ਵਾਲੇ ਕਹਿੰਦੇ ਹਨ। ਪਰ ਪਰਮੇਸ਼ਰ ਨੇ ਕਈ ਐਸੇ ਵੀ ਪੈਦਾ ਕੀਤੇ ਹਨ ਜਿਹੜੇ ਜੰਮਣ ਤੋਂ ਹੀ ਮੰਗ ਮੰਗ ਕੇ ਗੁਜ਼ਾਰਾ ਕਰਦੇ ਹਨ। ਇਕਨਾਂ ਦੇ ਬਹੁਤ ਵੱਡੇ ਵੱਡੇ ਦਰਬਾਰ, ਕਚਹਿਰੀਆਂ, ਨੌਕਰ ਚਾਕਰ ਉਹਨਾਂ ਦੇ ਕੋਲ ਹਨ। ਇਹ ਉਸ ਪ੍ਰਭੂ ਦੀ ਬਖਸ਼ਿਸ਼ ਹੈ, ਜਿਹਦੇ ਤੇ ਕਰਦਾ ਹੈ ਉਹਨਾਂ ਨੂੰ ਇਹ ਸਭ ਕੁਝ ਮਿਲਦਾ ਹੈ। ਇੱਕ ਆਏ ਮੰਗ ਤੇ ਇੱਕ ਨਾ ਵੱਡੇ ਦਰਬਾਰ। ਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਵਾਹਿਗੁਰੂ ਅਕਾਲ ਪੁਰਖ ਇਹ ਸਾਰੀਆਂ ਬਖਸ਼ਿਸ਼ਾਂ ਕਰਦਾ ਹੈ। ਇਸ ਸੰਸਾਰ ਵਿੱਚ ਕਈ ਐਸੇ ਵੀ ਹਨ ਕਿ ਸਾਧਨਾ ਕਰਨ ਵਾਲੇ ਸਿੱਧ ਲੋਕ ਵੀ ਹਨ, ਤੇ ਉਹ ਸਾਧਨਾ ਕਰ ਕਰਕੇ, ਜਪ ਕਰਕੇ, ਤਪ ਕਰਕੇ, ਧੂਣੀਆਂ ਤਾ ਕੇ, ਸਮਾਧੀਆਂ ਲਾ ਲਾ ਕੇ, 10ਵੇਂ ਦੁਆਰਾਂ ਵਿੱਚ ਪ੍ਰਾਣ ਚੜਾ ਚੜਾ ਕੇ, ਤੇ ਉਹ ਵੀ ਕੁਝ ਮੰਗਾਂ ਰੱਖਦੇ ਹਨ। ਜਿਵੇਂ ਉਹਨਾਂ ਦਿਨਾਂ ਵਿੱਚ ਜੋਗੀ ਜਨ ਸਨ ਕਿ ਗੋਰਖ ਰਾਜਿਆਂ ਦੇ ਪੁੱਤਰਾਂ ਨੂੰ ਜਾ ਕੇ ਉਪਦੇਸ਼ ਦਿੰਦਾ ਸੀ ਤੇ ਉਹਨਾਂ ਨੂੰ ਇਹ ਕਹਿੰਦਾ ਸੀ ਕਿ ਇਹ ਸਰੀਰ ਤੁਹਾਡਾ ਬਹੁਤਾ ਥਿਰ ਨਹੀਂ ਰਹਿਣਾ। ਮੈਂ ਤੁਹਾਨੂੰ ਐਸੀ ਜੁਗਤੀ ਦੱਸਦਾ ਹਾਂ ਕਿ ਤੁਹਾਡੀ ਲੰਮੀ ਉਮਰ ਹੋ ਜਾਵੇਗੀ, ਬੜਾ ਚਿਰ ਸੰਸਾਰ ਵਿੱਚ ਜੀਂਦੇ ਰਹਿ ਸਕੋਗੇ, ਤੁਹਾਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣਗੀਆਂ। ਐਸਾ ਲਾਲਚ ਦੇ ਕੇ ਉਹਨਾਂ ਨੂੰ ਯੋਗਾ ਅਭਿਆਸ ਕਰਾਉਂਦਾ ਸੀ ਅਤੇ ਉਹ ਪ੍ਰਾਣ 10ਵੇਂ ਦੁਆਰ ਵਿੱਚ ਚੜਾ ਲੈਂਦੇ ਸਨ ਤੇ ਜੋਗੀਆਂ ਦੀਆਂ ਉਮਰਾਂ ਬੜੀਆਂ ਬੜੀਆਂ ਲੰਮੀਆਂ ਸਨ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕੋਲ ਭਰਥਰੀ ਜੋਗੀ ਦਾ ਮਿਲਾਪ ਹੋਇਆ। ਉਹਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਵਿਚਾਰ ਵਟਾਂਦਰੇ ਵੀ ਹੋਏ। ਮਛੰਦਰ ਦੇ ਬਾਰੇ ਵੀ ਗੁਰਬਾਣੀ ਵਿੱਚ ਸੁਣ ਮਾਛੰਦਰਾ ਨਾਨਕ ਬੋਲੇ, ਵਸਗਤ ਪੰਚ ਕਰੇ ਨਹੀਂ ਡੋਲੇ। ਗੋਰਖ ਦੇ ਨਾਲ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਵਿਚਾਰ ਹੋਈ। ਇਹ ਬੜੀਆਂ ਬੜੀਆਂ ਲੰਮੀਆਂ ਉਮਰਾਂ ਵਾਲੇ ਸਾਰੇ ਜੋਗੀ ਸਨ।
ਸਾਹਿਬ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਜਦੋਂ ਇਹਨਾਂ ਦਾ ਮਿਲਾਪ ਹੋਇਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਭਰਤਰੀ ਜੋਗੀ ਨੂੰ ਉਪਦੇਸ਼ ਦਿੱਤਾ। ਫਿਰ ਮਛੰਦਰ ਨੂੰ ਵੀ ਸਤਿਗੁਰੂ ਨੇ ਉਪਦੇਸ਼ ਦਿੱਤਾ। ਮਛੰਦਰਨਾਥ ਗੋਰਖ ਦਾ ਗੁਰੂ ਮੰਨਿਆ ਜਾਂਦਾ ਹੈ। ਤੇ ਇਹ ਰਾਜਾ ਅਮਰੂ ਜਦੋਂ ਮਰ ਗਿਆ ਤੇ ਆਪਣੇ ਸਰੀਰ ਵਿੱਚੋਂ ਜੋਗ ਦੇ ਬਲ ਨਾਲ ਆਪਣੀ ਆਤਮਾ ਨੂੰ ਕੱਢ ਕੇ ਉਹਦੇ ਸਰੀਰ ਵਿੱਚ ਜਾ ਵੜਿਆ ਸੀ। ਸਗਲਾਦੀਪ ਦੇ ਵਿੱਚ, ਜਿਸ ਨੂੰ ਅੱਜ ਕੱਲ੍ਹ ਸਲੋਨ ਅਸੀਂ ਸ੍ਰੀਲੰਕਾ ਕਹਿੰਦੇ ਹਾਂ, ਇਹਦਾ ਪੁਰਾਣਾ ਨਾਂ ਸਗਲਾਦੀਪ ਹੈ। ਉੱਥੇ ਇਹ ਜਾ ਵੜਿਆ। ਪਦਮਣੀ ਇਸ ਦੀ ਇਸਤਰੀ ਸੀ, ਉਹਦੇ ਭੋਗਾਂ ਵਿੱਚ ਖੱਚਤ ਹੋ ਗਿਆ। ਇੱਥੇ ਨਾਚ ਗਾਣੇ ਵੇਖਣ ਲੱਗਾ ਤੇ ਇਸ ਤਰੀਕੇ ਨਾਲ ਆਪਣਾ ਜੀਵਨ ਗੁਜ਼ਾਰਨ ਲੱਗਾ। ਜਦੋਂ ਗੋਪੀ ਚੰਦ ਨੂੰ ਉਪਦੇਸ਼ ਦਿੱਤਾ ਹੈ ਤੇ ਉਸ ਵੇਲੇ ਗੋਰਖ ਨੇ ਉਪਦੇਸ਼ ਦਿੱਤਾ, ਪਰ ਕਾਨੀ ਭਾਸਿੱਧ ਚਾਹੁੰਦਾ ਸੀ ਕਿ ਮੈਂ ਇਸ ਨੂੰ ਉਪਦੇਸ਼ ਦੇਵਾਂ। ਉਸ ਵੇਲੇ ਗੋਰਖ ਨੂੰ ਕਹਿਣ ਲੱਗਾ, ਤੂੰ ਬੜਾ ਵੱਡਾ ਜੋਗੀ ਬਣਿਆ ਫਿਰਦਾ ਹੈ, ਚਲੋ ਇੱਥੇ ਤੇ ਆਣ ਕੇ ਇਸ ਨੂੰ ਉਪਦੇਸ਼ ਦਿੱਤਾ, ਪਰ ਤੇਰਾ ਗੁਰੂ ਅਮਰੂ ਰਾਜੇ ਦੀ ਦੇਹ ਵਿੱਚ ਵੜਿਆ ਬੈਠਾ ਹੈ ਤੇ ਉੱਥੇ ਵਿਸ਼ੇ ਵਿਕਾਰਾਂ ਵਿੱਚ ਖੱਚਤ ਹੈ, ਜਾ ਕੇ ਉਹਨੂੰ ਤੇ ਪਹਿਲੋਂ ਲੈ ਆ, ਉਹਨੂੰ ਤੇ ਸਿੱਧੇ ਪਾਸੇ ਲਾ। ਜਦੋਂ ਇਹ ਬੋਲੀ ਮਾਰੀ ਸੀ ਨਾ, ਤੇ ਉਸ ਵੇਲੇ ਗੋਰਖ ਨੇ ਇਹ ਨਿਸ਼ਚਾ ਕਰ ਲਿਆ ਸੀ ਕਿ ਮੈਂ ਜ਼ਰੂਰ ਹੀ ਜਾਵਾਂਗਾ ਸਗਲਾਦੀਪ ਵਿੱਚ। ਉਸਨੇ ਪਹਿਲੋਂ ਤੇ ਤਬਲਾ ਸਿੱਖਣਾ ਸ਼ੁਰੂ ਕੀਤਾ। ਉਸਨੇ ਪੁੱਛਿਆ ਕਿ ਨਾਚ ਗਾਣੇ ਵਿੱਚ ਮਸਤ ਰਹਿੰਦਾ ਹੈ ਤੇ ਤਬਲੇ ਦੀ ਨਾਲ ਲੋੜ ਹੁੰਦੀ ਹੈ। ਕਿਉਂਕਿ ਜੋਗੀ ਸੀ, ਸਾਧਨਾ ਵਾਲਾ ਸੀ, ਥੋੜ੍ਹੇ ਚਿਰ ਵਿੱਚ ਚੰਗਾ ਤਪਲਚੀ ਬਣ ਗਿਆ। ਇਸ ਦੇ ਉਸਤਾਦ ਨੇ ਕਿਹਾ ਕਿ ਤੂੰ ਹੁਣ ਸਭਾ ਵਿੱਚ ਤਬਲਾ ਵਜਾ ਸਕਦਾ ਹੈ। ਤੋ ਇਹ ਸਭਾ ਵਿੱਚ ਆਪਣੇ ਉਸਤਾਦ ਦੇ ਥਾਂ ਤਬਲਾ ਵਜਾਉਣ ਵਾਸਤੇ ਚਲੇ ਗਿਆ। ਇਸਨੇ ਆਪਣੇ ਕੰਨ ਢੱਕ ਲਏ ਸਨ, ਮੁੰਦਰਾ ਨਾ ਦਿਸਣ, ਕਿਉਂਕਿ ਮੁੰਦਰਾ ਵਾਲੇ ਜੋਗੀ ਨੂੰ ਸਗਲਾਦੀਪ ਵਿੱਚ ਵੜਨ ਦਾ ਹੁਕਮ ਨਹੀਂ ਸੀ ਰਾਜੇ ਵੱਲੋਂ। ਤੋ ਜਿਸ ਵੇਲੇ ਤਬਲਾ ਵਜਾਇਆ ਇਸਨੇ, ਤੇ ਤਬਲੇ ਵਿੱਚੋਂ ਇੱਕ ਖਾਸ ਆਵਾਜ਼ ਨਿਕਲੀ ਸੀ, ਜਿਸ ਨੂੰ ਕਵੀ ਕਾਲੀਦਾਸ ਗੁਜਰਾਂਵਾਲੇ ਵਾਲਾ, ਜਿਸ ਨੇ ਇਹ ਕਿੱਸਾ ਲਿਖਿਆ ਹੈ, ਉਹ ਕਹਿੰਦਾ, ਇੱਕ ਦਿਨ ਬੀਜ ਸਭਾ ਦੇ ਗੋਰਖ ਤਬਲੇ ਨੂੰ ਖੜਕਾਇਆ, ਤਬਲਾ ਆਖੇ ਜਾਗ ਮਛੰਦਰ ਗੋਰਖ ਜੋਗੀ ਆਇਆ। ਤਬਲੇ ਵਿੱਚੋਂ ਆਵਾਜ਼ ਨਿਕਲਦੀ ਸੀ ਕਿ ਹੇ ਮਛੰਦਰ ਜਾਗ, ਗੋਰਖ ਆ ਗਿਆ ਹੈ। ਜਦੋਂ ਕੰਨਾਂ ਦੇ ਵਿੱਚ ਸੁਣਿਆ ਤੇ ਅੱਖਾਂ ਵਿੱਚ ਅੱਖਾਂ ਤਪਲਜੀ ਦੇ ਪਾਈਆਂ ਤੇ ਪਛਾਣ ਗਿਆ, ਇਹ ਤੇ ਗੋਰਖ ਆਇਆ ਹੈ। ਕਹਿੰਦੇ ਉਸੇ ਵੇਲੇ ਅਮਰੂ ਰਾਜੇ ਦੀ ਦੇਹ ਦੇ ਵਿੱਚੋਂ ਆਪਣਾ ਸਰੀਰ ਇਸਨੇ ਕੱਢ ਲਿਆ ਤੇ ਅਮਰੂ ਦਾਸ ਉਸੇ ਸਟੇਜ ਦੇ ਉੱਤੇ ਹੀ ਡਿੱਗ ਪਿਆ ਸੀ। ਤੇ ਗੋਰਖ ਨੇ ਇਸ ਨੂੰ ਲਿਆਂਦਾ ਸੀ। ਤੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਿਲੇ ਸਨ ਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਨੂੰ ਮਛੰਦਰ ਨੂੰ ਕਿਹਾ ਸੀ, ਸੁਣ ਮਾਛੰਦਰਾ, ਨਾਨਕ ਬੋਲੇ ਵਸਕਤ ਪੰਚ ਕਰੇ ਨਹੀਂ ਡੋਲੇ। ਇਹ ਮਛੰਦਰਾ ਸੁਣ, ਨਾਨਕ ਤੈਨੂੰ ਬੋਲ ਕੇ ਦੱਸ ਰਿਹਾ ਹੈ ਕਿ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਤੇ ਕਾਬੂ ਪਾਵੇ। ਆਪਣੀਆਂ ਅੱਖਾਂ, ਆਪਣੇ ਕੰਨ, ਆਪਣੀ ਜ਼ੁਬਾਨ, ਆਪਣਾ ਆਪ ਸਾਰਾ ਇਹਨਾਂ ਤੇ ਕਾਬੂ ਪਾ ਲੇ ਤੇ ਫੇਰ ਮਨੁੱਖ ਨਹੀਂ ਡੋਲਦਾ। ਗੁਰੂ ਨਾਨਕ ਤੋਂ ਮਛੰਦਰ ਨੇ ਵੀ ਉਪਦੇਸ਼ ਲਿਆ ਸੀ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਜੋ ਗੋਰਖ ਦਾ ਗੁਰੂ ਸੀ, ਉਹ ਵੀ ਗੁਰੂ ਨਾਨਕ ਦੀ ਸ਼ਰਨ ਵਿੱਚ ਆਇਆ ਸੀ। ਇਸ ਤਰੀਕੇ ਦੇ ਨਾਲ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਭਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਜੇ ਮੈਂ ਕਿਤੇ ਸਿੱਧ ਵੀ ਬਣ ਜਾਵਾਂ ਤੇ ਸਿੱਧੀਆਂ ਸ਼ਕਤੀਆਂ ਮੇਰੇ ਹਜ਼ੂਰ ਖਲੋਣ, ਉਹ ਲੋਕਾਂ ਨੂੰ ਮੈਂ ਵਿਖਾਵਾਂ ਅਤੇ ਗੁਪਤ ਹੋ ਜਾਣਾ, ਕਿਸੇ ਨੂੰ ਦਿਸਣਾ ਨਾ। ਸੰਸਾਰ ਵਿੱਚ ਜਿੱਥੇ ਜੀ ਚਾਹੇ ਉੱਥੇ ਪ੍ਰਗਟ ਹੋ ਜਾਣਾ, ਉੱਥੇ ਪਹੁੰਚ ਜਾਣਾ।
ਤੋ ਇਹ ਸਾਰੀਆਂ ਸ਼ਕਤੀਆਂ ਹੋਣ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਤੇ ਇਹ ਕਹਿ ਦਿੱਤਾ ਸੀ, ਮਤਾ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਵਿਖਾਉਣ ਵਿੱਚ ਤੇ ਲੋਕਾਂ ਦੀ ਪੂਜਾ ਪ੍ਰਤਿਸ਼ਠਾ ਵਿੱਚ ਦੇਖ ਕੇ, ਇਹ ਮੇਰੇ ਸਤਿਗੁਰੂ, ਮੈਂ ਕਿਤੇ ਤੈਨੂੰ ਭੁੱਲ ਨਾ ਜਾਵਾਂ, ਸਭ ਤੋਂ ਕੀਮਤੀ ਤੇਰਾ ਨਾਮ ਮੈਨੂੰ ਕਿਤੇ ਚੇਤੇ ਹੀ ਨਾ ਆਵੇ ਤੇ ਲੋਕਾਂ ਦੀ ਪੂਜਾ ਪ੍ਰਤਿਸ਼ਠਾ ਵਿੱਚ ਲੱਗਾ ਰਹਾਂ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਗੋਪਾਲ ਪਾਂਧੇ ਨੂੰ ਕਹਿਣ ਲੱਗੇ, ਇਹ ਜਿਹੜੀਆਂ ਦੁਨੀਆ ਦੀ ਵਡਿਆਈ ਦੀ ਤੂੰ ਗੱਲ ਕਰਦਾ ਹੈ ਨਾ, ਇਹ ਤੇ ਸਾਰੀਆਂ ਐਵੇਂ ਹਨ। ਫਿਰ ਗਾਂ ਹੋਰ ਵੀ ਕਿਹਾ ਸੀ, ਸੁਲਤਾਨ ਹੋਵਾਂ ਮੇਲ ਲਸ਼ਕਰ, ਤਖਤ ਰਾਖਾਂ ਭਾਓ, ਗੁਪਤ ਪ੍ਰਗਟ ਹੋਏ ਵੈਸਾ। ਤੋ ਇਸ ਤਰੀਕੇ ਨਾਲ ਗੁਪਤ ਤੇ ਪ੍ਰਗਟ ਇਹ ਸਭ ਕੁਛ ਸੁਲਤਾਨ ਹੋ ਕੇ ਤਖਤ ਉਤੇ ਆਪਣਾ ਪੈਰ ਰੱਖਾਂ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਹੁਕਮ ਮੇਰਾ ਚੱਲੇ। ਇਹ ਸਾਰੀਆਂ ਗੱਲਾਂ ਹਵਾ ਦੇ ਬੋਲੇ ਵਾਂਗੂ ਹਨ। ਮਤ ਦੇਖ ਭੂਲਾਂ ਵਿਸਰੈ ਤੇਰਾ ਚਿਤ ਨਾ ਆਵੇ। ਕਿਤੇ ਮਤਾ ਇਹਨਾਂ ਗੱਲਾਂ ਵਿੱਚ ਰਾਜ ਭਾਗ ਵਿੱਚ ਲੱਗ ਕੇ ਭੁੱਲ ਜਾਵਾਂ ਤੇ ਤੂੰ ਵਿਸਰ ਜਾਵੇਂ ਤੇ ਮੈਨੂੰ ਤੇਰਾ ਨਾਮ ਚੇਤੇ ਹੀ ਨਾ ਆਵੇ। ਹੇ ਗੋਪਾਲ ਪਾਂਧੇ, ਇਹ ਗੱਲਾਂ ਮੈਨੂੰ ਸਾਰੀਆਂ ਪਸੰਦ ਨਹੀਂ ਹਨ। ਇਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ ਸਾਰਾ ਕਿਹਾ ਸੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਐਸੀ ਦੁਨੀਆ ਨੂੰ ਉਪਦੇਸ਼ ਦਿੱਤਾ ਸੀ ਤੇ ਗੋਪਾਲ ਪਾਂਧੇ ਨੂੰ ਵੀ ਪਾਰ ਬ੍ਰਹਮ ਪਰਮੇਸ਼ਰ ਦੇ ਨਾਲ ਜੋੜ ਦਿੱਤਾ ਸੀ। ਉਸ ਨੂੰ ਨਾਮ ਦ੍ਰਿੜ ਕਰਾ ਦਿੱਤਾ ਸੀ ਤੇ ਨਾਮ ਦੇ ਆਸ਼ੇ ਤੇ ਲੱਗ ਕੇ ਇਹ ਨਿਹਾਲ ਹੋ ਗਿਆ ਸੀ। 5 ਸਾਲਾਂ ਦੀ ਉਮਰ ਵਿੱਚ ਹੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਸ ਉੱਤੇ ਬਖਸ਼ਿਸ਼ ਕਰ ਦਿੱਤੀ ਸੀ। ਉਸ ਤੋਂ ਪਿੱਛੋਂ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਬ੍ਰਿਜ ਲਾਲ ਪੰਡਤ ਸੀ, ਜੋ ਸੰਸਕ੍ਰਿਤ ਦਾ ਵਿਦਵਾਨ ਸੀ, ਗੀਤਾ ਆਦਿਕ ਹੋਰ ਗ੍ਰੰਥ ਪੜ੍ਹਿਆ ਸੀ, ਉਸ ਤੇ ਵੀ ਸਤਿਗੁਰੂ ਨੇ ਬਖਸ਼ਿਸ਼ ਕਰਕੇ ਉਸ ਨੂੰ ਵੀ ਪਾਰ ਬ੍ਰਹਮ ਪਰਮੇਸ਼ਰ ਨਾਲ ਜੋੜਿਆ ਸੀ। ਉਸ ਤੋਂ ਪਿੱਛੋਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜੋ ਕੁਤਬਦੀਨ ਮੌਲਵੀ ਸੀ, ਜਦੋਂ ਬਾਬੇ ਕਾਲੂ ਨੇ ਉਹਦੇ ਕੋਲੋਂ ਫਾਰਸੀ ਅਰਬੀ ਪੜ੍ਹਨ ਵਾਸਤੇ ਭੇਜਿਆ ਸੀ ਤੇ ਉਸ ਤੇ ਵੀ ਸਤਿਗੁਰੂ ਨੇ ਯਕ ਅਰਜ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਅੈਬ ਪਰਵਦਗਾਰ, ਦੁਨੀਆ ਮੁਕਾਮ ਫਾਨੀ ਤਹਿਕੀਕ ਦਿਲ ਦਾਨੀ, ਮੌਸਰ ਮੋਏ ਅਜ਼ਰਾਈਲ ਗਿਰਫਤ ਹੈ ਦਿਲ ਹੇਸ਼ ਨਾ ਦਾਨੀ। ਇਹ ਸਾਰੇ ਉਪਦੇਸ਼ ਸਭ ਦੁਆਰਾ ਉਪਦੇਸ਼ ਦੇ ਕੇ ਉਹਦੀ ਵੀ ਬਿਰਤੀ ਪਾਰ ਬ੍ਰਹਮ ਪਰਮੇਸ਼ਰ ਨਾਲ ਜੋੜ ਦਿੱਤੀ ਸੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜਿੱਥੇ ਵੀ ਗਏ, ਉਹਨਾਂ ਨੇ ਕਲਯੁਗ ਦੇ ਜੀਵਾਂ ਨੂੰ ਤਾਰਨ ਵਾਸਤੇ ਹੀ ਸਾਹਿਬ ਸਤਿਗੁਰੂ ਪਾਤਸ਼ਾਹ ਸਾਰੇ ਕਾਰਜ ਕੀਤੇ। ਕਲ ਤਾਰਨ ਗੁਰੂ ਨਾਨਕ ਆਇਆ। ਉਸ ਤੋਂ ਪਿੱਛੋਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜਿਸ ਵੇਲੇ 10-11 ਸਾਲ ਦੇ ਹੋ ਗਏ ਸਨ ਤੇ ਛਤਰੀ ਦੂਸਰੇ ਨੰਬਰ ਤੇ ਗਿਣੇ ਗਏ ਹਨ ਭਾਰਤ ਦੀ ਧਰਤੀ ਤੇ। ਸਭ ਤੋਂ ਉੱਚਾ ਦਰਜਾ ਮਨੂ ਨੇ ਬ੍ਰਾਹਮਣਾਂ ਨੂੰ ਦਿੱਤਾ ਹੈ, ਦੂਸਰੇ ਨੰਬਰ ਤੇ ਛਤਰੀਆਂ ਨੂੰ, ਕਿਉਂਕਿ ਛਤਰੀਆਂ ਦਾ ਰਾਜ ਸੀ, ਉਹਨਾਂ ਦੇ ਆਸਰੇ ਹੀ ਸਾਰੇ ਬ੍ਰਾਹਮਣ ਆਦਿਕ ਪਲਦੇ ਸਨ, ਇਸ ਕਰਕੇ ਦੂਸਰੇ ਨੰਬਰ ਤੇ ਛਤਰੀਆਂ ਨੂੰ। ਤੀਸਰੇ ਨੰਬਰ ਤੇ ਵੈਸ਼ ਖੇਤੀ ਕਰਨ ਵਾਲੇ ਤੇ ਵਪਾਰ ਕਰਨ ਵਾਲਾ, ਇਹ ਸਾਰੇ ਤਬਕਾ ਵੈਸ਼ਾਂ ਦੀ ਗਿਣਤੀ ਵਿੱਚ ਆ ਜਾਂਦਾ ਹੈ। ਚੌਥੇ ਨੰਬਰ ਤੇ ਸ਼ੂਦਰ ਰੱਖਿਆ ਗਿਆ ਸੀ। ਸ਼ੂਦਰ ਦਾ ਕੰਮ 3 ਵਰਨਾਂ ਦੀ ਸੇਵਾ ਕਰਨੀ, ਪਰ ਬ੍ਰਾਹਮਣਵਾਦ ਨੇ ਸ਼ੂਦਰ ਸੇਵਾ ਕਰਨ ਵਾਲਿਆਂ ਨੂੰ ਸਭ ਤੋਂ ਨੀਵਾਂ ਦਿਖਾਇਆ ਸੀ। ਸਾਹਿਬ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਾਰਿਆਂ ਅੰਦਰ ਉਸ ਪਾਰ ਬ੍ਰਹਮ ਪਰਮੇਸ਼ਰ ਦੀ ਜੋਤ ਸਮਝਦੇ ਸਨ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ, ਨੀਚਾਂ ਅੰਦਰ
ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ। ਜਿੱਥੇ ਨੀਵਿਆਂ ਦੀ ਸੰਭਾਲ ਕੀਤੀ ਜਾਂਦੀ ਹੈ ਨਾ ਜਿਸ ਜਗ੍ਹਾ ਤੇ, ਇਹ ਮੇਰੇ ਸਾਹਿਬਾ ਉੱਥੇ ਤੇਰੀ ਬਖਸ਼ਿਸ਼ ਵਾਲੀ ਨਿਗਾਹ ਪੈਂਦੀ ਹੈ, ਤੂੰ ਉਹਨਾਂ ਨੂੰ ਨਿਹਾਲ ਕਰ ਦਿੰਦਾ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਐਸੇ ਸਨ। ਹੁਣ ਬਾਬੇ ਕਾਲੂ ਨੇ ਆਪਣਾ ਭਾਈਚਾਰਾ ਇਕੱਠਾ ਕਰ ਲਿਆ ਤੇ ਬੱਕਰੇ ਬੁੱਕਰੇ ਵੀ ਮੰਗਵਾ ਲਏ ਵੱਢਣ ਵਾਸਤੇ, ਕਿਉਂਕਿ ਇਸ ਜਿਹੀ ਰੀਤੀ ਤੇ ਇਹ ਸਭ ਕੁਝ ਕਰਦੇ ਸਨ। ਤੇ ਪੰਡਤਾਂ ਨੂੰ ਸੱਦ ਲਿਆ। ਪੰਡਤ ਨੇ ਆਣ ਕੇ ਗਣੇਸ਼ ਦਾ ਚੌਂਕ ਪੂਰਿਆ, ਪੂਜਾ ਪ੍ਰਤਿਸ਼ਠਾ ਕੀਤੀ। ਉਸਨੇ ਤਾਗਾ ਲੈ ਕੇ ਤੇ ਉਹਨੂੰ ਮੰਤਰ ਪੜ੍ਹ ਕੇ ਵੱਟ ਵੀ ਦਿੱਤਾ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਬੁਲਾ ਲਿਆ। ਤੇ ਜਦੋਂ ਹੱਥ ਵਿੱਚ ਤਾਗਾ ਫੜਿਆ ਹੋਇਆ, ਜਿਸ ਨੂੰ ਤੱਗ ਕਹਿੰਦੇ ਹਨ, ਜਨੇਊ ਵੇਖਿਆ ਤੇ ਬਾਬੇ ਨਾਨਕ ਨੇ ਕਿਹਾ, ਪੰਡਤ ਜੀ ਕੀ ਕਰੋਗੇ? ਨਾਨਕਾ, ਇਹ ਜਗਿਓ ਪਵਿੱਤ ਹੈ, ਜਗਤ ਨੂੰ ਪਵਿੱਤਰ ਕਰਨ ਵਾਲਾ ਹੈ। ਇਹ ਮੈਂ ਤੇਰੇ ਗਲ ਵਿੱਚ ਪਾਵਾਂਗਾ ਕਿ ਜਦੋਂ ਕੋਈ ਜੰਮਦਾ ਹੈ ਨਾ ਉਦੋਂ ਸੂਦਰ ਹੀ ਹੁੰਦਾ ਹੈ, ਤੇ ਜਦੋਂ ਇਹਦਾ ਇਹ ਕਰਤੱਵ ਹੋ ਜਾਂਦਾ ਹੈ ਨਾ ਜੰਝੂ ਪਾਉਣ ਵਾਲਾ, ਤੇ ਫਿਰ ਇਹ ਦਵਿਜ ਬਣ ਜਾਂਦਾ ਹੈ। ਇਸ ਕਰਕੇ ਤੂੰ ਆਪਣੀ ਵਿਰਾਤ ਬਰਾਦਰੀ ਵਿੱਚ ਬੈਠਣ ਯੋਗ ਹੋ ਜਾਵੇਂਗਾ, ਕੱਲ੍ਹ ਨੂੰ ਤੇਰਾ ਵਿਆਹ ਹੋਣਾ ਹੈ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਪੰਡਤ ਜੀ ਇਹ ਕਿੰਨਾ ਕੁ ਚਿਰ ਰਹਿੰਦਾ ਹੈ? ਕਹਿਣ ਲੱਗੇ, ਜਦੋਂ ਪੁਰਾਣਾ ਹੋ ਗਿਆ ਹੋਰ ਪਾ ਲਿਆ ਕਰੀ, ਕਿਹੜੀ ਗੱਲ ਹੈ? ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਪੰਡਤ ਜੀ ਕੋਈ ਐਸਾ ਜੰਝੂ ਵੀ ਹੈ ਜਿਹੜਾ ਨਾ ਟੁੱਟੇ, ਨਾ ਜਿਹਨੂੰ ਮਲ ਲੱਗੇ, ਤੇ ਨਾ ਇਹ ਕਿਤੇ ਜਾਵੇ, ਤੇ ਇਹੋ ਜਿਹਾ ਜੰਝੂ ਜੇ ਕੋਈ ਹੈ ਤੇ ਦੱਸੋ। ਪੰਡਤ ਦੇ ਭਾਗ ਜਾਗ ਪਏ। ਜਨਮ ਪੱਤਰੀ ਉਸਨੇ ਲਿਖੀ ਸੀ। ਉਸਨੇ ਸਮਝਿਆ ਕਿ ਮੌਕਾ ਹੈ, ਨਾਨਕ ਇਹੋ ਜਿਹਾ ਜੰਝੂ ਤੇ ਤੂੰ ਹੀ ਦੱਸ ਸਕਦਾ ਹੈ, ਕਿਉਂਕਿ ਤੂੰ ਤੇ ਜਗ ਨੂੰ ਤਾਰਨ ਆਇਆ ਹੈ। ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਸ ਵੇਲੇ ਪਤਾ ਕੀ ਕਿਹਾ ਸੀ? ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ, ਧਨ ਸੁਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਕਹਿੰਦੇ ਧਨ ਹੈ ਉਹ ਮਨੁੱਖ ਜਿਹਨੇ ਦਇਆ ਰੂਪੀ ਕਪਾਹ, ਸੰਤੋਖ ਰੂਪੀ ਸੂਤ, ਜਤ ਧਾਰਨ ਕਰ ਰੂਪੀ ਗੰਢਾਂ, ਸੱਚ ਬੋਲਣਾ, ਸੱਚਾ ਜੀਵਨ ਹੋਣਾ, ਇਹ ਵੱਟ ਦਿੱਤਾ ਹੈ ਤੇ ਐਸਾ ਜੰਝੂ ਧਾਰਨ ਕਰਨ ਲਿਆ ਹੈ। ਹੇ ਪੰਡਤ, ਜੇ ਤੇਰੇ ਕੋਲ ਇਹੋ ਜਿਹਾ ਜੰਝੂ ਹੈ ਤੇ ਮੈਨੂੰ ਘੱਤ ਮੇਰੇ ਗਲ ਪਾ ਦੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਛੋਟੀ ਉਮਰ ਵਿੱਚ ਹੀ ਐਸਾ ਉਪਦੇਸ਼ ਦਿੱਤਾ ਸੀ ਤੇ ਸਾਰੇ ਦੇ ਸਾਰੇ ਨਿਰੁੱਤਰ ਹੋ ਗਏ ਹਨ। ਬੋਲੋ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਛੋਟੀ ਉਮਰ ਤੋਂ ਹੀ ਜਗਤ ਨੂੰ ਨਿਹਾਲ ਕਰਨ ਲੱਗ ਪਏ ਸਨ। ਹੁਣ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਥੋੜੇ ਜਿਹੇ ਵੱਡੇ ਹੋਏ ਸਨ। ਬਾਬੇ ਨਾਨਕ ਨੇ ਮੱਝਾਂ ਵੀ ਚਾਰੀਆਂ। ਤੋ ਉਸ ਵੇਲੇ ਨਨਕਾਣਾ ਸਾਹਿਬ ਵਿੱਚ ਅਸੀਂ ਜਦੋਂ ਜਾਂਦੇ ਹਾਂ, ਉੱਥੇ ਕਿਆਰਾ ਸਾਹਿਬ ਗੁਰਦੁਆਰਾ ਅਜੇ ਤੀਕ ਵੀ ਹੈ, ਜਿੱਥੇ ਕਹਿੰਦੇ ਕਿਰਸਾਨ ਦਾ ਮੱਝਾਂ ਦਾ ਖਾਧਾ ਹੋਇਆ ਖੇਤ ਹਰਿਆ ਭਰਿਆ ਹੋਇਆ ਸੀ। ਜਦੋਂ ਖੇਤ ਵਿੱਚ ਮੱਝਾਂ ਪਈਆਂ ਤੇ ਕਿਰਸਾਨ ਨੇ ਜਾ ਕੇ ਰਾਏ ਬਲਾਰ ਕੋਲ ਸ਼ਿਕਾਇਤ ਕਰ ਦਿੱਤੀ ਕਿ ਕਾਲੂ ਦੇ ਮੁੰਡੇ ਨੇ ਮੇਰਾ ਖੇਤ ਉਜਾੜ ਦਿੱਤਾ ਹੈ, ਮੈਂ ਹਰਜਾਨਾ ਭਰ ਕੇ ਰਹਾਂਗਾ। ਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਪਹਿਲੋਂ ਵੇਖੋ ਤੇ ਸਹੀ, ਜਿਹੜਾ ਬੰਦਾ ਨਾਲ ਵੇਖਣ ਗਿਆ ਸੀ ਉਹਨੇ ਹਰਿਆ ਭਰਿਆ ਖੇਤ ਵੇਖਿਆ, ਸਾਰੇ ਦੇ ਸਾਰੇ ਚਕਰਤ ਰਹਿ ਗਏ ਸਨ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਦਿਨ ਰਾਏ ਬਲਾਰ
ਬਾਹਰ ਘੋੜੇ ਤੇ ਚੜ੍ਹਿਆ ਆਉਂਦਾ ਸੀ। ਦਰਖਤ ਦੇ ਹੇਠਾਂ ਗੁਰੂ ਨਾਨਕ ਦੇਵ ਪਾਤਸ਼ਾਹ ਪਏ ਸਨ। ਸੂਰਜ ਦਾ ਰੁਖ ਬਦਲ ਗਿਆ ਤੇ ਸਰੀਰ ਤੇ ਧੁੱਪ ਆ ਗਈ। ਖੁੱਡ ਵਿੱਚੋਂ ਚਿੱਟੇ ਰੰਗ ਦੇ ਸੱਪ ਨੇ ਨਿਕਲ ਕੇ ਸਤਿਗੁਰੂ ਜੀ ਦੇ ਸਰੀਰ ਤੇ ਛਾਂ ਕੀਤੀ ਹੋਈ ਸੀ। ਪਰ ਰਾਏ ਬਲਾਰ ਨੇ ਵੇਖਿਆ ਕਿ ਸੱਪ ਨੇ ਬੱਚੇ ਨੂੰ ਖਾ ਲਿਆ ਹੋਵੇਗਾ। ਜਦੋਂ ਘੋੜਾ ਲੈ ਕੇ ਅਗਾਂਹ ਹੋਇਆ, ਸੱਪ ਤੇ ਖੁੱਡ ਵਿੱਚ ਵੜ ਗਿਆ। ਪਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਘੋੜੇ ਦੇ ਪੌੜਾਂ ਦਾ ਖੜਾਕ ਸੁਣ ਕੇ ਉੱਠ ਬੈਠੇ ਸਨ ਤੇ ਰਾਏ ਬਲਾਰ ਹੈਰਾਨ ਰਹਿ ਗਿਆ ਸੀ। ਕਹਿਣ ਲੱਗਾ, ਚਿੱਟੇ ਰੰਗ ਦਾ ਸੱਪ ਐਡਾ ਵੱਡਾ ਮੈਂ ਨਹੀਂ ਵੇਖਿਆ। ਇਹ ਤੇ ਧੁਰ ਦਰਗਾਹੋਂ ਰੱਬੀ ਅਵਤਾਰ ਆਏ ਹਨ। ਜਿਸ ਤਰ੍ਹਾਂ ਵਿਸ਼ਨੂੰ ਨੂੰ ਸ਼ੇਸ਼ਨਾਗ ਛਾਇਆ ਕਰਦਾ ਹੈ ਨਾ, ਇਸੇ ਤਰ੍ਹਾਂ ਬਾਬੇ ਨਾਨਕ ਨੂੰ ਵੀ ਸ਼ੇਸ਼ਨਾਗ ਨੇ ਛਾਇਆ ਕੀਤੀ। ਉਸ ਦਿਨ ਤੋਂ ਹੀ ਰਾਏ ਬਲਾਰ ਦਾ ਮਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਦਾ ਸਾਧਕ ਬਣ ਗਿਆ ਸੀ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਨੂੰ ਬਾਬੇ ਕਾਲੂ ਨੇ ਕਿਹਾ ਕਿ ਹੁਣ ਸਿਆਣਾ ਹੋ ਗਿਆ ਹੈ, ਖੱਤਰੀਆਂ ਦਾ ਕੰਮ ਵਪਾਰ ਕਰਨਾ ਹੈ ਤੇ ਇਸ ਨੂੰ ਹੁਣ ਇਸ ਪਾਸੇ ਜੋੜਿਆ ਜਾਵੇ। 20 ਰੁਪਈਏ ਦਿੱਤੇ। ਉਹਨਾਂ ਦਿਨਾਂ ਵਿੱਚ 20 ਰੁਪਈਆਂ ਦੀ ਬੜੀ ਵੈਲਿਊ ਸੀਗੀ। ਨਾਲ ਬਾਲੇ ਨੂੰ ਤੋਰਿਆ ਤੇ ਕਹਿਣ ਲੱਗਾ, ਬਾਲਿਆ ਨਾਨਕ ਨੂੰ ਸਮਝਾਵੀਂ ਕਿ ਖਰਾ ਸੌਦਾ ਕਰੇ, ਖਰੇ ਦਾ ਕੋਈ ਚੰਗਾ ਸੌਦਾ ਕਰੇ ਜਿਹਦੇ ਵਿੱਚੋਂ ਬੜਾ ਵੱਡਾ ਲਾਭ ਹੋਵੇ। ਬਾਲੇ ਨੇ ਕਿਹਾ, ਜੀ 7 ਵਚਨ। ਤੁਰ ਪਏ ਹਨ। ਤੁਰਦੇ ਤੁਰਦੇ ਜਦੋਂ ਚੂੜਕਾਣੇ ਦੇ ਨੇੜੇ ਪਹੁੰਚੇ ਸਨ ਤੇ ਇੱਥੇ ਕੁਝ ਬੰਦਗੀ ਕਰਨ ਵਾਲੇ ਪ੍ਰਭੂ ਦੇ ਪਿਆਰੇ ਸਾਧੂ ਬੈਠੇ ਸਨ। ਜਦੋਂ ਬਾਬੇ ਨਾਨਕ ਨੇ ਪੁੱਛਿਆ ਤੇ ਕੁਝ ਦਿਨਾਂ ਤੋਂ ਇਹ ਭੁੱਖੇ ਸਨ। ਧੰਨ ਗੁਰੂ ਨਾਨਕ ਨੇ ਬਾਲੇ ਨਾਲ ਸਲਾਹ ਕੀਤੀ, ਬਾਲਿਆ ਬਈ ਭੁੱਖੇ ਨੂੰ ਭੋਜਨ ਛਕਾਉਣ ਨਾਲੋਂ ਵੱਡਾ ਕਿਹੜਾ ਚੰਗਾ ਸੌਦਾ ਹੋਵੇਗਾ, ਇਹਦਾ ਤੇ ਬੜਾ ਵੱਡਾ ਲਾਭ ਹੋਵੇਗਾ। ਬਾਲਾ ਕਹਿਣ ਲੱਗਾ, ਪਿਤਾ ਦਾ ਸੁਭਾਅ ਗਰਮ ਹੈ। ਕਹਿਣ ਲੱਗੇ, ਕੋਈ ਗੱਲ ਨਹੀਂ, ਸੌਦਾ ਤੇ ਖਰਾ ਹੀ ਉਹਨਾਂ ਨੇ ਕਿਹਾ ਹੈ ਨਾ ਖਰੀਦਣਾ। ਬਾਬੇ ਨਾਨਕ ਨੇ ਬੜਾ ਖਰਾ ਸੌਦਾ ਖਰੀਦਿਆ, ਭੁੱਖਿਆਂ ਨੂੰ ਭੋਜਨ ਛਕਾ ਕੇ ਤ੍ਰਿਪਤ ਕਰ ਦਿੱਤਾ। ਪਰ ਐਸਾ ਬਾਬੇ ਨਾਨਕ ਨੇ ਵਪਾਰ ਕੀਤਾ ਕਿ ਬਾਬੇ ਨਾਨਕ ਦਾ ਜਿੱਥੇ ਵੀ ਅਸਥਾਨ ਹੈ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, ਉੱਥੇ ਅਟੁੱਟ ਲੰਗਰ ਅਜੇ ਤੀਕ ਵਰਤੀ ਜਾਂਦਾ ਹੈ। ਕਦੀ ਤੋੜ ਹੀ ਨਹੀਂ ਆਉਂਦੀ। ਜੋ ਆਉਂਦਾ ਹੈ ਬਾਬੇ ਨਾਨਕ ਦੇ ਦਰ ਤੋਂ ਛਕਦਾ ਹੈ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿ ਸ੍ਰੀ ਅਕਾਲ। ਐਸਾ ਬਾਬੇ ਨਾਨਕ ਦਾ ਸੌਦਾ ਜਿਹੜਾ ਨਾ, ਤਿਚਰ ਮੂਲ ਨਾ ਥੁੜੀਂਦੋ, ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਤੋ ਐਸਾ ਲੰਗਰ ਵਰਤ ਰਿਹਾ ਹੈ। ਤੇ ਬਾਬੇ ਨਾਨਕ ਦਾ ਜਿਹੜਾ ਹੈ ਨਾ ਭੰਡਾਰਾ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਾਣੀ ਉਚਾਰੀ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਨੇ 63 ਸ਼ਲੋਕ 8 ਵਾਰਾਂ ਵਿੱਚ ਉਚਾਰੇ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੇਅੰਤ ਬਾਣੀ ਉਚਾਰਨ ਕੀਤੀ। ਸਤਿਗੁਰੂ ਰਾਮਦਾਸ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਤਿਗੁਰੂ ਦੀ ਬਾਣੀ ਤੇ ਭਗਤਾਂ ਦੀ ਬਾਣੀ ਇਕੱਤਰ ਕਰਕੇ ਰਾਮਸਰ ਸਾਹਿਬ ਵਿੱਚ ਬੈਠ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ। ਤੇ ਗੁਰੂ ਨਾਨਕ ਦਾ ਭੰਡਾਰਾ ਹੈ ਨਾ, ਬੇਅੰਤ ਲੋਕ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਮ੍ਰਿਤਮਈ ਭੋਜਨ ਛਕ ਕੇ ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਥ ਆਧਾਰੋ, ਜੇ ਕੋ ਖਾਵੇ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਤਾਰੋ, ਤਮ ਸੰਸਾਰ ਚਰਨ ਲਗ ਤਰੀ ਗਏ, ਸਭ ਨਾਨਕ ਬ੍ਰਹਮ ਪਸਾਰੋ। ਬੇਅੰਤ ਜੀਵ ਇਸ ਸੰਸਾਰ ਸਮੁੰਦਰ ਤੋਂ ਤਰੇ, ਬੇਅੰਤ ਬਾਣੀ ਪੜ ਪੜ ਕੇ ਜੁੜ ਜੁੜ ਕੇ ਤਰ ਰਹੇ ਹਨ। ਤੇ ਆਉਂਦੇ ਸਮੇਂ ਵਿੱਚ ਹੀ ਬੇਅੰਤ ਲੋਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈ ਕੇ ਸੰਸਾਰ ਸਮੁੰਦਰ ਤੋਂ ਪਾਰ ਹੋਣਗੇ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਐਸਾ
ਨਾਮ ਦਾ ਖਜ਼ਾਨਾ, ਨਾਮ ਦਾ ਭੰਡਾਰਾ ਗੁਰੂ ਨਾਨਕ ਦਾ ਅਟੁੱਟ ਹਮੇਸ਼ਾ ਹੀ ਚੱਲ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਬੋਲੋ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ। ਹੁਣ ਬਾਬਾ ਨਾਨਕ ਜੀ ਸੋਚੇ ਸੌਦੇ ਤੋਂ ਪਿੱਛੋਂ ਪਿਤਾ ਜੀ ਗੁੱਸੇ ਹੋਏ ਤੇ ਰਾਏ ਬਲਾਰ ਨੇ ਜਦੋਂ ਬਾਬੇ ਨਾਨਕ ਨੂੰ ਬਾਬੇ ਕਾਲੂ ਨੇ ਝਿੜਕਿਆ ਤੇ ਮਹਿਸੂਸ ਕੀਤਾ, ਉਹਨਾਂ ਨੇ ਜੈ ਰਾਮ ਨੂੰ ਬੁਲਾ ਕੇ ਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਸੁਲਤਾਨਪੁਰ ਲੋਧੀ ਭੇਜ ਦਿੱਤਾ ਸੀ। ਇੱਥੇ ਜੋ ਦੌਲਤ ਖਾਨ ਦਾ ਮੋਦੀ ਖਾਨਾ ਸੀ, ਉਸ ਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਪ੍ਰਬੰਧਕ ਬਣ ਗਏ। ਤੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮੋਦੀ ਖਾਨੇ ਵਿੱਚ ਬੈਠ ਗਏ ਤੇ ਜਿਹੜਾ ਵੀ ਕੋਈ ਭੁੱਖਾ, ਨੰਗਾ ਅਤੇ ਕਿਸੇ ਪ੍ਰਕਾਰ ਦੀ ਵਸਤੂ ਦਾ ਇਸ਼ਕ ਆਉਂਦਾ ਸੀ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਸ ਨੂੰ ਤੋਲ ਤੋਲ ਕੇ ਦੇ ਹੀ ਜਾਂਦੇ ਸਨ। ਤੇ ਜਦੋਂ 13 ਤੇ ਪਹੁੰਚਦੇ ਸੀ ਤੇ 13 ਨਹੀਂ ਸਨ ਕਹਿੰਦੇ, ਤੇਰਾ ਤੇਰਾ ਕਹਿ ਕੇ ਸਭ ਦੀਆਂ ਝੋਲੀਆਂ ਭਰੀ ਜਾਂਦੇ ਸਨ ਕਿ ਭਾਈ ਪਾਰ ਬ੍ਰਹਮ ਪਰਮੇਸ਼ਰ, ਇਹ ਤੇਰੀ ਹੀ ਦਾਤ ਹੈ। ਬੇਅੰਤ ਲੋਕ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਇੱਥੇ ਵਰਸਾਏ ਤੇ ਲੋਕਾਂ ਨੂੰ ਨਿਹਾਲ ਕੀਤਾ। ਇੱਥੋਂ ਦੀ ਇੱਕ ਘਟਨਾ ਹੈ। ਇੱਥੋਂ ਕੁਝ ਮੀਲ ਦੀ ਦੂਰੀ ਤੇ ਇੱਕ ਨਗਰ ਹੈ ਜਿਹਦਾ ਨਾਮ ਹੈ ਮਹਿਲ ਸਿੰਘਾਂ। ਉੱਥੋਂ ਦਾ ਇੱਕ ਚੌਧਰੀ ਸੀ ਜਿਹਦਾ ਨਾਮ ਭਗੀਰਥ ਸੀ। ਇਹ ਕਾਲੀ ਦਾ ਉਪਾਸ਼ਕ ਸੀ, ਪਰ ਘਰ ਵਿੱਚ ਧਨ ਵੀ ਸੀ, ਘੋੜੇ ਵੀ ਸਨ, ਮੱਝਾਂ ਵੀ ਸਨ, ਨੌਕਰ ਚਾਕਰ ਸਨ, ਪੁੱਤਰ ਸਨ, ਕਿਸੇ ਚੀਜ਼ ਦੀ ਕਮੀ ਨਹੀਂ ਸੀ। ਇੱਕ ਦਿਨ ਇਹਦੀ ਬਿਰਤੀ ਇਕਾਗਰ ਹੋ ਗਈ ਤੇ ਰਾਤ ਬੈਠਾ ਕਾਲੀ ਨੂੰ ਚੇਤੇ ਕਰਦਾ ਹੈ ਤੇ ਕਾਲੀ ਪ੍ਰਗਟ ਹੋ ਗਈ। ਕਹਿਣ ਲੱਗੀ ਕੁਛ ਮੰਗ ਲੈ। ਕਹਿਣ ਲੱਗਾ ਮੈਨੂੰ ਤੇ ਮੁਕਤੀ ਚਾਹੀਦੀ ਹੈ, ਮੈਂ ਪਾਰ ਬ੍ਰਹਮ ਪਰਮੇਸ਼ਰ ਵਿੱਚ ਜੁੜਨਾ ਚਾਹੁੰਦਾ ਹਾਂ। ਤੇ ਕਾਲੀ ਨੇ ਪਤਾ ਕੀ ਕਿਹਾ? ਉਹ ਕਹਿਣ ਲੱਗੀ ਮੈਂ ਦੁਨੀਆ ਦੇ ਪਦਾਰਥ ਤੇ ਦੇ ਸਕਦੀ ਹਾਂ, ਦੁਨੀਆ ਦੀ ਮਾਇਆ ਦੇ ਸਕਦੀ ਹਾਂ, ਪਰ ਮੁਕਤੀ ਦਾ ਦਾਤਾ ਤੇ ਆਪ ਪਾਰ ਬ੍ਰਹਮ ਪਰਮੇਸ਼ਰ ਹੈ। ਉਹ ਗੁਰੂ ਨਾਨਕ ਰੂਪ ਵਿੱਚ ਸੰਸਾਰ ਵਿੱਚ ਪ੍ਰਗਟ ਹੈ ਤੇ ਮੇਰੀ ਭਗਤੀ ਦਾ ਤੈਨੂੰ ਇਹ ਫਾਇਦਾ ਹੋ ਗਿਆ ਕਿ ਮੈਂ ਤੁਹਾਨੂੰ ਉਹਨਾਂ ਦੀ ਦੱਸ ਪਾ ਦਿੰਦੀ ਹਾਂ। ਤੇ ਜਾ, ਜੇ ਤੂੰ ਚਾਹੁੰਦਾ ਹੈ ਮੈਂ ਸੰਸਾਰ ਸਮੁੰਦਰ ਤੋਂ ਤਰ ਜਾਵਾਂ ਤੇ ਗੁਰੂ ਨਾਨਕ ਦੇ ਚਰਨਾਂ ਦੀ ਸ਼ਰਨ ਲੈ ਲੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਭਗੀਰਥ ਆਪਣਾ ਸਭ ਕੁਝ ਛੱਡ ਕੇ ਗੁਰੂ ਨਾਨਕ ਦੇ ਚਰਨਾਂ ਦੀ ਸ਼ਰਨ ਵਿੱਚ ਇੱਥੇ ਆਇਆ ਸੀ। ਆ ਕੇ ਸਤਿਗੁਰੂ ਨਾਨਕ ਦੇਵ ਦੇ ਚਰਨਾਂ ਤੇ ਮੱਥਾ ਟੇਕਿਆ ਸੀ ਤੇ ਮੱਥਾ ਟੇਕ ਕੇ ਬੇਨਤੀ ਕੀਤੀ ਸੀ, ਹੇ ਬਾਬਾ, ਮੈਨੂੰ ਜਿਹਨੂੰ ਲੋਕੀ ਆਦਿ ਸ਼ਕਤੀ ਕਹਿੰਦੇ ਹਨ, ਜਗਤ ਦੀ ਮਾਇਆ ਕਹਿੰਦੇ ਹਨ ਤੇ ਤੇਰਾ ਪਰਛਾਵਾਂ ਮੰਨਦੇ ਹਨ, ਉਹਨੇ ਤੇਰੇ ਚਰਨਾਂ ਵਿੱਚ ਭੇਜਿਆ ਹੈ ਤੇ ਮੈਨੂੰ ਸੰਸਾਰ ਤੋਂ ਮੁਕਤ ਕਰ ਦੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਸ ਨੂੰ ਨਾਮ ਦੀ ਦਾਤ ਬਖਸ਼ ਕੇ ਇਹਦਾ ਮਨ ਪਾਰ ਬ੍ਰਹਮ ਪਰਮੇਸ਼ਰ ਨਾਲ ਜੋੜ ਦਿੱਤਾ ਸੀ ਤੇ ਨਾਨਕ ਨਦਰੀ ਨਦਰ ਨਿਹਾਲ ਕਰ ਦਿੱਤਾ ਸੀ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇੱਥੇ ਸਤਿਗੁਰੂ ਦਾ ਬਚਪਨ ਦਾ ਸਾਥੀ ਮਰਦਾਨਾ ਸਤਿਗੁਰੂ ਦੀ ਸ਼ਰਨ ਵਿੱਚ ਪਹੁੰਚਿਆ। ਆ ਕੇ ਸਤਿਗੁਰੂ ਦੇ ਦਰਸ਼ਨ ਕੀਤੇ ਤੇ ਸਤਿਗੁਰੂ ਕਹਿਣ ਲੱਗੇ, ਸੁਣ ਭਾਈ ਮਰਦਾਨਿਆ, ਬਈ ਕਿਸ ਤਰ੍ਹਾਂ ਆਇਆ ਹੈ ਦੱਸ। ਕਹਿੰਦਾ, ਹੈ ਬਾਬਾ ਨਾਨਕ, ਤੂੰ ਮੈਨੂੰ ਕਿਹਾ ਸੀ ਕਿ ਕਿਸੇ ਕੋਲੋਂ ਮੰਗਣਾ ਕੁਛ ਨਹੀਂ। ਮੇਰਾ ਰੋਟੀ ਪਾਣੀ ਦਾ ਗੁਜ਼ਾਰਾ ਰਾਏ ਭੋਏ ਦੀ ਤਲਵੰਡੀ ਵਿੱਚ ਬੜਾ ਸੋਹਣਾ ਚੱਲਦਾ ਗਿਆ, ਪਰ ਹੁਣ ਮੇਰੀ ਲੜਕੀ ਦੀ ਸ਼ਾਦੀ ਹੈ ਤੇ ਮੈਂ ਜੇ ਕਿਸੇ ਤੋਂ ਨਾ ਮੰਗਾ ਤੇ ਚੱਲੇਗੀ ਨਹੀਂ ਗੱਲ। ਇਸ ਕਰਕੇ ਹੁਣ ਕਿਰਪਾ ਕਰੋ, ਸ਼ਾਦੀ ਦਾ ਸਾਰਾ ਬੰਦੋਬਸਤ ਤੁਸੀਂ ਹੀ ਕਰਨਾ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿਹੜੀਆਂ ਚੀਜ਼ਾਂ ਕੋਲ ਸੀ ਉਹ ਤੇ ਕਿਹਾ ਹੈਗੀਆਂ, ਤੇ ਜਿਹੜੀਆਂ ਨਹੀਂ ਸੀ ਭਗੀਰਥ ਨੂੰ ਸੱਦ ਕੇ ਕਿਹਾ, ਜਾ ਲਾਹੌਰ ਇਹਦੇ ਨਾਲ ਚਲੇ ਜਾ
ਤੇ ਉਥੋਂ ਸਾਰੀਆਂ ਚੀਜ਼ਾਂ ਲੈ ਲੈਣੀਆਂ, ਪਰ ਇੱਕ ਗੱਲ ਚੇਤੇ ਰੱਖਣੀ, ਉੱਥੇ ਇੱਕ ਹੀ ਰਾਤ ਰਹਿਣਾ ਹੈ, ਦੂਸਰਾ ਦਿਨ ਨਹੀਂ ਰਹਿਣਾ। ਭਗੀਰਥ ਨੇ ਚੇਤੇ ਰੱਖਿਆ, ਪਹੁੰਚ ਗਿਆ ਉੱਥੇ, ਜਿਹੜੀਆਂ ਚੀਜ਼ਾਂ ਲੈਣੀਆਂ ਸੀ ਉਹ ਲੈ ਲਈਆਂ। ਉਹ ਕਹਿਣ ਲੱਗਾ ਹਾਥੀ ਦੰਦ ਦਾ ਚੂੜਾ ਤੇ ਬਣਨ ਵਾਲਾ ਹੈ ਤੇ ਦਿਨ ਲੱਗ ਜਾਵੇਗਾ। ਕਹਿਣ ਲੱਗਾ ਮੇਰਾ ਤੇ ਜਨਮ ਨਿਸਫਲ ਹੋ ਜਾਵੇਗਾ। ਕਹਿਣ ਲੱਗੇ ਜੇ ਕੋਈ ਰਾਜੇ ਦਾ ਸੇਵਕ ਹੋਵੇ ਤੇ ਉਹ ਕਹੇਗਾ ਰਾਜਾ ਗੁੱਸਾ ਹੋਇਆ, ਪਰ ਜਨਮ ਨਿਸਫਲ ਦੀ ਗੱਲ ਤੇ ਤੂੰ ਮੇਰੇ ਕੋਲ ਪਹਿਲੀ ਵਾਰ ਕੀਤੀ ਹੈ। ਉਹ ਕਹਿਣ ਲੱਗਾ ਮੇਰੇ ਗੁਰੂ ਦਾ ਹੁਕਮ ਹੈ ਤੇ ਗੁਰੂ ਦਾ ਹੁਕਮ ਨਾ ਮੰਨਣ ਵਾਲੇ ਦਾ ਜਨਮ ਨਿਸਫਲ ਹੁੰਦਾ ਹੈ। ਕਹਿਣ ਲੱਗਾ ਇਹੋ ਜਿਹਾ ਕਿਹੜਾ ਗੁਰੂ ਹੈ ਜਿਹੜਾ ਪੂਰਾ ਹੈ? ਕਹਿਣ ਲੱਗੇ ਸ਼ਾਹ ਮੇਰਾ ਗੁਰੂ ਪੂਰਾ ਹੈ, ਉਹ ਮਨ ਦੀਆਂ ਜਾਣਦਾ ਹੈ ਤੇ ਜਿਹਦੇ ਤੇ ਉਹ ਦਇਆ ਦ੍ਰਿਸ਼ਟੀ ਕਰ ਦਿੰਦਾ ਹੈ ਉਹ ਨਿਹਾਲ ਹੋ ਜਾਂਦਾ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਕਹਿਣ ਲੱਗਾ ਕਿ ਜੇ ਐਸਾ ਹੈ ਤੇ ਮੈਂ ਵੀ ਚੱਲਦਾ ਹਾਂ, ਘਰ ਵਿੱਚ ਚੂੜਾ ਹੈ ਉਹ ਲਈ ਚੱਲਦੇ ਹਾਂ। ਅਗਲੇ ਦਿਨ ਨਾਲ ਭਗੀਰਥ ਵੀ ਤੁਰ ਪਿਆ। ਦੋਵੇਂ ਚੱਲਦੇ ਚੱਲਦੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦਰ ਤੇ ਪਹੁੰਚੇ ਤੇ ਮਨ ਵਿੱਚ ਇੱਛਾ ਕਰ ਲਈ ਕਿ ਮੇਰਾ ਨਾਂ ਲੈ ਕੇ ਇਹ ਬੁਲਾਉਣ ਤੇ ਮੈਂ ਸਮਝ ਲਵਾਂਗਾ ਕਿ ਅੰਦਰ ਦੀਆਂ ਜਾਣਨ ਵਾਲੇ ਹਨ। ਇਹ ਉਹਦੇ ਮਨ ਵਿੱਚ ਫੁਰਨਾ ਹੋ ਗਿਆ ਸਤਿਗੁਰੂ ਦੀ ਪਰਖ ਕਰਨ ਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਹੇ ਭਗੀਰਥ ਪਰਉਪਕਾਰੀ ਆਓ। ਇਹ ਅੱਗੇ ਇਸਨੇ ਨਾਮ ਹੀ ਮਨ ਸੁਖ ਰਖਾਇਆ ਸੀ, ਪਰ ਮਨ ਨੂੰ ਸੁਖ ਨਹੀਂ ਸੀ, ਇਹ ਕੱਚਾ ਸੀ। ਹੁਣ ਤੂੰ ਲੈ ਆਇਆ ਹੈ, ਸੱਚਾ ਹੋ ਜਾਵੇਗਾ। ਸੁਣ ਕੇ ਸਤਿਗੁਰੂ ਦੇ ਚਰਨਾਂ ਤੇ ਇਹ ਮਨ ਸੁਖ ਵੀ ਢਹਿ ਪਿਆ ਸੀ ਤੇ ਸਤਿਗੁਰੂ ਨੇ ਇਸ ਨੂੰ ਵੀ ਸ਼ਬਦ ਨਾਲ ਜੋੜ ਕੇ ਨਿਹਾਲ ਕਰ ਦਿੱਤਾ ਸੀ। ਇਹ ਉਹ ਹੀ ਮਨਸੁਖ ਸ਼ਾਹੂਕਾਰ ਸੀ ਜੋ ਸਗਲਾਦੀਪ ਵਿੱਚ ਪਹੁੰਚਾ ਸੀ ਤੇ ਸਗਲਾਦੀਪ ਦਾ ਜੋ ਉੱਥੋਂ ਦਾ ਰਾਜਾ ਸੀ ਸ਼ਿਵਨਾਭ, ਉਸ ਨੂੰ ਇਹਦੇ ਦੱਸਣ ਨਾਲ ਹੀ ਗੁਰੂ ਨਾਨਕ ਦੀ ਪਤਾ ਲੱਗਾ ਸੀ ਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਸਗਲਾਦੀਪ ਵਿੱਚ ਜਾ ਕੇ ਉਸ ਨੂੰ ਵੀ ਨਿਹਾਲ ਕੀਤਾ ਸੀ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਐਸੇ ਗੁਣਾਂ ਦੇ ਮਾਲਕ ਮੇਰੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹਨ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੁਣ ਧੁਰ ਦਰਗਾਹੋਂ ਹੁਕਮ ਆਇਆ, ਪਰਮੇਸ਼ਰ ਨੇ ਨਾਨਕ ਜਿਹੜੇ ਕੰਮ ਨੂੰ ਮੈਂ ਤੈਨੂੰ ਸੰਸਾਰ ਤੇ ਭੇਜਿਆ ਹੈ, ਹੁਣ ਸੰਸਾਰ ਦੇ ਕਾਰਜ ਕਾਫੀ ਕਰ ਲਏ ਹਨ, ਹੁਣ ਉਹ ਕੰਮ ਵੀ ਕਰਨਾ ਹੈ। ਤਾਂ ਉਸ ਵੇਲੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਦੇ ਹੁੰਦੇ ਸਨ। ਜਿੱਥੇ ਗੁਰਦੁਆਰਾ ਬੇਰ ਸਾਹਿਬ ਹੈ, ਇੱਥੇ ਸਤਿਗੁਰੂ ਨੇ ਚੁੱਭੀ ਲਾਈ ਸੀ। ਵਰਨ ਦੇਵਤੇ ਦੇ ਰਾਹੀਂ ਪਾਰ ਬ੍ਰਹਮ ਪਰਮੇਸ਼ਰ ਦਾ ਰੱਬੀ ਹੁਕਮ ਆ ਗਿਆ ਸੀ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਵੇਮ ਵਿੱਚ ਚੁੱਭੀ ਲਾ ਕੇ 3 ਦਿਨ ਗੁਪਤ ਹੋ ਰਹੇ ਸਨ। ਸਾਰੀ ਦੀ ਸਾਰੀ ਵੇਈ ਫੋਲ ਮਾਰੀ ਸੀ, ਬੜੇ ਯਤਨ ਕੀਤੇ ਸਨ, ਕਿਤੇ ਉਹ ਸਤਿਗੁਰੂ ਦਾ ਸਰੀਰ ਹੱਥ ਨਹੀਂ ਸੀ ਆਇਆ। ਅਖੀਰ ਸਾਰੇ ਜਦੋਂ ਡੋਲ ਗਏ ਸਨ ਤੇ ਇੱਕ ਬੀਬੀ ਨਾਨਕੀ ਦਾ ਮਨ ਸਥਿਰ ਸੀ ਕਿ ਮੇਰਾ ਵੀਰ ਹੈ, ਉਹ ਸਦਾ ਹੈ, ਉਹ ਆਵੇਗਾ, ਜ਼ਰੂਰ ਆਵੇਗਾ। ਤੀਸਰੇ ਦਿਨ ਸੰਤ ਘਾਟ ਵਿਖੇ ਜਾ ਕੇ ਸਤਿਗੁਰੂ ਜੀ ਪ੍ਰਗਟ ਹੋਏ ਸਨ ਤੇ ਜਿਹੜਾ ਨਾਲ ਗਿਆ ਸੀ ਨਾ ਸਤਿਗੁਰੂ ਦੇ, ਉਹ ਭਾਈ ਭਗੀਰਥ ਸੀ, ਮਰਦਾਨਾ ਨਹੀਂ ਸੀ, ਭਾਈ ਭਗੀਰਥ ਹੀ ਸੀ। ਤੇ ਭਾਈ ਭਗੀਰਥ ਜੀ ਤੇ ਵੀ ਬਖਸ਼ਿਸ਼ ਹੋ ਗਈ ਸੀ। ਅੰਤਰ ਆਤਮੇ ਸਤਿਗੁਰੂ ਨੇ ਦੱਸ ਦਿੱਤਾ ਸੀ ਤੇ ਉਹ ਸੰਤ ਘਾਟ ਵਿਖੇ ਕੱਪੜੇ ਲੈ ਕੇ ਚਲੇ ਗਿਆ ਸੀ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਸਾਰੇ ਵਸਤਰ ਪਾ ਲਏ ਸਨ। ਧੁਰ ਦਰਗਾਹ ਤੋਂ ਰੱਬੀ ਉਹਦੇ ਉਪਦੇਸ਼ ਜੋ ਪਾਰ ਬ੍ਰਹਮ ਪਰਮੇਸ਼ਰ ਨੇ ਆਪ ਗੁਰੂ ਬਣ ਕੇ ਗੁਰੂ ਨਾਨਕ ਦੁਆਰਾ ਸੰਸਾਰ ਵਿੱਚ ਪ੍ਰਗਟ ਕੀਤਾ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਅੱਗੇ ਜਪ ਆਦ ਸੱਚ ਜੁਗਾਦ ਸੱਚ ਨਾਨਕ ਹੋਸੀ ਵੀ ਸੱਚ, ਕਿਉਂਕਿ ਗੁਰੂ ਨਾਨਕ ਦੇ ਰਾਹੀਂ ਇਹ ਮੰਤਰ ਪ੍ਰਗਟ ਹੋਇਆ ਸੀ। ਤੋ ਇੱਥੋਂ ਤੀਕ ਜਿਹੜਾ ਮੂਲ ਮੰਤਰ ਉਹ ਗੁਰਸਿੱਖ ਅਭਿਆਸ ਕਰਦੇ ਹਨ, ਨਾਮ ਜਪਦੇ ਹਨ। ਸਾਹਿਬ ਸਤਿਗੁਰੂ ਦੀਆਂ ਜਿਹੜੇ ਜੁੜ ਜਾਂਦੇ ਹਨ ਮੂਲ ਮੰਤਰ ਨਾਲ
ਉਹਨਾਂ ਤੇ ਪਾਰ ਬ੍ਰਹਮ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਹੈ। ਵਾਹਿਗੁਰੂ ਮੰਤਰ ਸਵਾਸ ਸਵਾਸ ਦਾ ਸਿਮਰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸੰਸਾਰ ਵਿੱਚ ਪ੍ਰਗਟ ਕੀਤਾ। ਇੱਥੋਂ ਹੀ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਦੌਲਤ ਖਾਨ ਲੋਧੀ ਅਤੇ ਨਾਲ ਮਿਲ ਕੇ ਉਹਦੀ ਨਮਾਜ਼ ਪੜ੍ਹ ਲਵੋ। ਤੇ ਸਤਿਗੁਰੂ ਕਹਿਣ ਲੱਗੇ, ਜੇ ਤੁਸੀਂ ਵੀ ਉਸ ਨਾਲ ਜੁੜੋਗੇ ਤੇ ਮੈਂ ਵੀ ਜੁੜ ਜਾਵਾਂਗਾ। ਇਹ ਬਚਨ ਕਰਕੇ ਸਤਿਗੁਰੂ ਜੀ ਚਲੇ ਗਏ। ਪਰ ਉੱਥੇ ਜਿਹੜਾ ਕਾਜੀ ਪੜ੍ਹਾਉਂਦਾ ਸੀ ਉਹਦਾ ਮਨ ਘਰ ਵਿੱਚ ਘੋੜੀ ਨੇ ਵਿਸ਼ੇਰੀ ਦਿੱਤੀ ਸੀ ਤੇ ਉੱਥੇ ਡੂੰਘੀ ਖੂਹੀ ਸੀ, ਕਿਤੇ ਖੂਹੀ ਵਿੱਚ ਨਾ ਡਿੱਗ ਪਵੇ ਇਸ ਪਾਸੇ ਲੱਗਾ ਸੀ। ਤੇ ਉੱਤੋਂ ਨਮਾਜ਼ ਪੜ੍ਹਾ ਰਿਹਾ ਸੀ। ਤੋ ਨਵਾਬ ਦਾ ਮਨ ਕਾਬਲ ਵਿੱਚ ਘੋੜੇ ਖਰੀਦਣ ਤੇ ਲੱਗਾ ਹੋਇਆ ਸੀ ਤੇ ਉੱਤੋਂ ਉਹ ਵੀ ਊਠਕ ਬੈਠਕ ਕਰਕੇ ਮੱਥੇ ਟੇਕਦਾ ਸੀ, ਸਜਦਾ ਕਰਦਾ ਸੀ, ਸਭ ਕੁਝ ਕਰਦਾ ਸੀ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਪਿੱਛੇ ਜਿਉਂਦੇ ਤਿਉਂ ਖਲੋਤੇ ਰਹੇ ਸਨ। ਇਤਿਹਾਸ ਵਿੱਚ ਇਹ ਸਭ ਕੁਝ ਆਉਂਦਾ ਹੈ। ਤੇ ਜਦੋਂ ਪੁੱਛਿਆ ਸੀ ਕਾਜੀ ਨੇ ਤੇ ਕਹਿਣ ਲੱਗੇ, ਕਾਜੀ ਸਾਹਿਬ ਮੈਂ ਆਇਆ ਤੇ ਉਸ ਖੁਦਾ ਦਾ ਨੂੰ ਸਜਦਾ ਕਰਨ ਹੀ ਸਾਂ, ਪਰ ਤੁਸੀਂ ਆਪ ਖੁਦਾ ਨੂੰ ਮੂੰਹੋਂ ਨਾ ਲੈ ਰਹੇ ਸੋ, ਮੱਥਾ ਟੇਕ ਰਹੇ ਸੋ, ਤੁਹਾਡਾ ਮਨ ਤੇ ਘੋੜੀ ਦੀ ਵਿਸ਼ੇਰੀ ਨਾ ਡਿੱਗ ਪਵੇ ਖੂਹ ਵਿੱਚ ਉਸ ਪਾਸੇ ਲੱਗਾ ਸੀ। ਜਦੋਂ ਸੱਚੋ ਸੱਚ ਦੱਸਿਆ ਤੇ ਨਵਾਬ ਨੇ ਪੁੱਛਿਆ ਤੇ ਮੁੱਕਰ ਨਾ ਸਕਿਆ। ਤੋ ਕਾਜੀ ਕਹਿਣ ਲੱਗਾ, ਨਵਾਬ ਸਾਹਿਬ ਦੇ ਨਾਲ ਪੜ੍ਹ ਲੈਂਦੇ ਹੋ? ਤੇ ਕਹਿੰਦੇ ਨਵਾਬ ਸਾਹਿਬ ਦੇ ਕਾਬਲ ਵਿੱਚ ਪਹੁੰਚੇ ਸਨ, ਉੱਥੇ ਘੋੜੇ ਖਰੀਦ ਰਹੇ ਸਨ ਤੇ ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ। ਇਹ ਅੰਤਰਜਾਮੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ, ਕਿਉਂਕਿ ਅੰਤਰਜਾਮਤਾ ਗੁਰਦੁਆਰਾ ਅਜੇ ਤੀਕ ਸੁਲਤਾਨਪੁਰ ਲੋਧੀ ਵਿੱਚ ਹੈ, ਜਿੱਥੇ ਉਹਨਾਂ ਦੇ ਮਨ ਦੀ ਹਾਲਾਤ ਸਤਿਗੁਰੂ ਸਾਹਿਬ ਪਾਤਸ਼ਾਹ ਨੇ ਪ੍ਰਗਟ ਕਰਕੇ ਦੱਸ ਦਿੱਤੀ ਸੀ। ਤੇ ਨਵਾਬ ਵੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨਾਂ ਦਾ ਸਾਧਕ ਬਣ ਗਿਆ ਸੀ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਇੱਥੋਂ ਹੁਣ ਸਤਿਗੁਰੂ ਜੀ ਸੰਸਾਰ ਨੂੰ ਤਾਰਨ ਵਾਸਤੇ, ਕਿਉਂਕਿ ਦੁਨੀਆ ਤੇ ਬੜੇ ਜੀਵ ਦੁਖੀ ਸਨ ਤੇ ਬਾਬਾ ਨਾਨਕ ਇੱਥੇ ਮੋਦੀਖਾਨਾ ਕਰੇ ਤੇ ਦੁਨੀਆ ਦੁਖੀ ਹੋਵੇ, ਆਇਆ ਤੇ ਕੱਲ ਤਾਰਨ ਵਾਸਤੇ ਹੈ ਨਾ ਬਾਬਾ, ਇਸ ਕਰਕੇ ਕਿਵੇਂ ਬੈਠਾ ਰਹੇ। ਹੁਣ ਧੰਨ ਬਾਬੇ ਨਾਨਕ ਦੇਵ ਪਾਤਸ਼ਾਹ ਜੀ ਨੇ, ਵੱਡਾ ਪੁੱਤਰ 3 ਸਾਲ ਦਾ ਹੈ ਤੇ ਛੋਟਾ ਅਜੇ ਕੁਝ ਮਹੀਨਿਆਂ ਦਾ ਹੈ। ਘਰ ਵਿੱਚ ਪਤੀ ਵਰਤਾ ਇਸਤਰੀ ਹੈ। ਬਾਬੇ ਨਾਨਕ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਸੀ ਛੱਡਦੀ। ਪਰ ਦੂਸਰੇ ਪਾਸੇ ਸੰਸਾਰ ਦੇ ਲੋਕ ਦੁਖੀ ਸਨ, ਜ਼ੁਲਮ ਚੱਲ ਰਹੇ ਸਨ। ਤੋ ਕਲਯੁਗ ਜਿਹੜਾ ਸੀ, ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਕਮਾਵਸ ਸੱਚ ਚੰਦਰਮਾ, ਦਿਸੈ ਨਾਹੀ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ, ਆਂਧੇਰੇ ਰਾਹੁ ਨ ਕੋਈ, ਕਹੋ ਨਾਨਕ ਕਿਨ ਵਿਤ ਗਤ ਹੋਈ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਮਾਝ ਦੀ ਵਾਰ ਵਿੱਚ ਆਪਣੇ ਮੁਖ ਤੋਂ ਦੱਸ ਰਹੇ ਹਨ ਉਸ ਵੇਲੇ ਦੀ ਹਾਲਾਤ। ਹੁਣ ਬਾਬੇ ਨਾਨਕ ਤੋਂ ਨਾ ਰਿਹਾ ਗਿਆ। ਪਤੀ ਵਰਤਾ ਇਸਤਰੀ, 3 ਸਾਲ ਦਾ ਪਿਆਰਾ ਪੁੱਤਰ, ਛੋਟਾ ਜਿਹਾ ਬੱਚਾ, ਇਹਨਾਂ ਨੂੰ ਸਾਰਿਆਂ ਨੂੰ ਛੱਡ ਕੇ ਰੱਬ ਦੇ ਆਸਰੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੁਰ ਪਏ ਸਨ ਇੱਥੋਂ। ਤੇ ਤੁਰਦੇ ਤੁਰਦੇ ਇੱਕ ਕਿਰਤ ਕਰਨ ਵਾਲੇ ਕਿਰਤੀ ਸਿੱਖ, ਜੋ ਲੱਕੜੀ ਦਾ ਕੰਮ ਕਰਦਾ ਸੀ ਪਰ ਸਵਾਸ ਸਵਾਸ ਸਿਮਰਨ ਵੀ ਕਰਦਾ ਸੀ, ਉਹਦੇ ਘਰ ਜਾ ਪਹੁੰਚੇ ਸਨ ਬਾਬਾ ਨਾਨਕ। ਪਰ ਇਸ ਸ਼ਹਿਰ ਵਿੱਚ ਬੜੇ ਧਨੀ ਮਲਕ ਭਾਗੋ ਵਰਗੇ ਖੱਤਰੀ ਵੀ ਰਹਿੰਦੇ ਸਨ। ਗੁਰੂ ਨਾਨਕ ਧੰਨਵਾਨਾਂ ਦੇ ਘਰ ਨਹੀਂ ਗਿਆ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਗਰੀਬ ਕਿਰਤੀ ਦੇ ਘਰ ਪਹੁੰਚਿਆ। ਇੱਥੇ ਕੋਧਰਾ ਬਾਜਰੇ ਵਰਗਾ ਹੀ ਇੱਕ ਹੁੰਦਾ ਹੈ, ਉਹਦੀਆਂ ਰੋਟੀਆਂ ਭਾਵੇਂ ਖਾਂਦਾ ਸੀ ਬਾਬਾ ਨਾਨਕ, ਪਰ ਸ਼ੁਕਰ ਕਰਦਾ ਸੀ, ਸਾਰਾ ਦਿਨ ਬਾਹਰ ਚਲੇ ਜਾਂਦਾ ਸੀ। ਉਹਨਾਂ ਦਿਨਾਂ ਵਿੱਚ ਹੀ ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ ਸੀ। ਬ੍ਰਾਹਮਣਾਂ ਨੂੰ ਭੋਜਨ ਇਸ ਸਾਲ ਪਿੱਛੋਂ ਕਰਦਾ ਸੀ ਤੇ ਸਾਰਾ ਸਾਲ ਨਵਾਬ ਦਾ ਇਹ ਵਜ਼ੀਰ ਸੀ ਤੇ ਲੋਕਾਂ ਕੋਲੋਂ ਧਨ ਲੁੱਟਦਾ ਸੀ ਤੇ ਵਿਖਾਵਾ ਕਰਨ ਵਾਸਤੇ ਇੱਕ ਦਿਨ ਬ੍ਰਹਮ ਭੋਜਨ ਕਰਦਾ ਸੀ। ਸਾਧੂਆਂ ਨੂੰ, ਫਕੀਰਾਂ ਨੂੰ ਭੋਜਨ ਛਕਾ ਦਿੰਦਾ ਸੀ। ਉਸ ਨੂੰ ਨਾਨਕ ਦਾ ਪਤਾ ਲੱਗਾ ਕਿ ਸ਼ੂਦਰ ਦੇ ਘਰ ਬਹਿ ਕੇ ਖੱਤਰੀਆਂ ਦਾ ਮੁੰਡਾ ਰੋਟੀ ਖਾਂਦਾ ਹੈ। ਉਸਨੇ ਬ੍ਰਾਹਮਣ ਨੂੰ ਭੇਜ ਦਿੱਤਾ।
ਬ੍ਰਾਹਮਣ ਨੇ ਬਾਬੇ ਨਾਨਕ ਨੂੰ ਸੁਨਾਹ ਵੀ ਦੇ ਦਿੱਤਾ, ਪਰ ਬਾਬਾ ਨਾਨਕ ਗਿਆ ਹੀ ਨਹੀਂ। ਜਦੋਂ ਸ਼ਾਮ ਨੂੰ ਬਾਹਰੋਂ ਜੰਗਲ 'ਚੋਂ ਬਾਬਾ ਨਾਨਕ ਮੁੜੇ ਤੇ ਉਸ ਵੇਲੇ ਕਹਿ ਦਿੱਤਾ ਕਿ ਤੂੰ ਹੁਕਮ ਨਹੀਂ ਮੰਨਿਆ। ਆਦਮੀ ਭੇਜ ਕੇ ਗੁਰੂ ਨਾਨਕ ਦੇਵ ਜੀ ਨੂੰ ਬੁਲਾ ਲਿਆ ਤੇ ਉਸ ਵੇਲੇ ਬਾਬੇ ਨਾਨਕ ਨੂੰ ਕਹਿੰਦਾ, ਵੇਖ ਮੈਂ ਬ੍ਰਹਮ ਭੋਜਨ ਕੀਤਾ ਹੈ, 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਸਨ, ਤੂੰ ਨਹੀਂ ਆਇਆ। ਸਤਿਗੁਰੂ ਜੀ ਕਹਿਣ ਲੱਗੇ, ਲਾਲੋ ਦਾ ਭੋਜਨ ਬੜਾ ਸਵਾਦ ਸੀ। ਕਹਿਣ ਲੱਗੇ, ਮੈਨੂੰ ਵੀ ਵਿਖਾ ਦੇ ਕਿਹੋ ਜਿਹਾ ਸਵਾਦ ਸੀ। ਸਤਿਗੁਰੂ ਨੇ ਉਤਾਹ ਨੂੰ ਮੂੰਹ ਚੁੱਕ ਕੇ ਵੇਖਿਆ, ਭਾਈ ਲਾਲੋ ਨੂੰ ਕਹਿੰਦੇ, ਭਾਈ ਲਾਲੋ ਕੋਈ ਹੈ? ਕਹਿੰਦਾ, ਰਾਤ ਦਾ ਇੱਕ ਟੁਕੜਾ ਪਿਆ ਹੈ। ਕਹਿੰਦੇ, ਜਾ ਲੈ ਆ। ਭਾਈ ਲਾਲੋ ਚਲੇ ਗਿਆ, ਉਹਨੇ ਕੱਪੜੇ ਵਿੱਚ ਵਲੇਟ ਲਿਆ। ਹੁਣ ਮਲਕ ਭਾਗੋ ਨੂੰ ਕਹਿੰਦੇ, ਤੂੰ ਵੀ ਭੋਜਨ ਮੰਗਵਾ ਲਾ। ਮਲਕ ਭਾਗੋ ਨੇ ਬੜਾ ਸੋਹਣਾ ਇੱਕ ਮੇਜ਼ ਮੰਗਵਾਇਆ, ਉਹਦੇ ਤੇ ਚਾਂਦੀ ਦਾ ਥਾਲ, ਉਹਦੇ ਵਿੱਚ ਵੱਖੋ ਵੱਖਰੀਆਂ ਕੌਲੀਆਂ ਦੇ ਵਿੱਚ ਮਾਲ ਪੂੜੇ ਘਿਓ ਨਾਲ ਨੁੱਚੜਦੇ ਤੇ ਪੂੜੀਆਂ ਅਤੇ ਹੋਰ 36 ਪ੍ਰਕਾਰ ਦੀਆਂ ਖੀਰਾਂ, ਜੋ ਮੇਵੇ ਬਦਾਮ ਪਿਸਤੇ ਪਾ ਪਾ ਕੇ ਬਣਾਈਆਂ ਸਨ, ਸਾਰੀਆਂ ਮੰਗਵਾ ਲਈਆਂ। ਹੁਣ ਪਹਿਲੋਂ ਉਸਨੇ ਲਿਆ ਕੇ ਰੱਖੀਆਂ ਤੇ ਲੋਕਾਂ ਨੇ ਜਦੋਂ ਚੁੱਕਿਆ ਤੇ ਖੁਸ਼ਬੂਆਂ ਆਉਣ ਵਿੱਚੋਂ ਆਖਣ ਕਿ ਬੜਾ ਚੰਗਾ ਭੋਜਨ ਹੈ। ਹੁਣ ਭਾਈ ਲਾਲੋ ਨੂੰ ਕਹਿਣ ਲੱਗੇ, ਲਾਲੋ ਵੀ ਤੂੰ ਵੀ ਲਿਆਇਆ ਹੈ? ਲਾਲੋ ਨੇ ਇੱਕ ਸਾਫ਼ ਕੱਪੜੇ ਦੇ ਵਿੱਚ ਉਹ ਕੋਧਰੇ ਦਾ ਟੋਕੜਾ ਵਲੇਟ ਕੇ ਲਿਆਂਦਾ ਸੀ। ਜਦੋਂ ਕੱਢਿਆ ਤੇ ਲੋਕ ਹੱਸ ਪਏ, ਕਹਿਣ ਲੱਗੇ, ਇਹ ਕੋਧਰੇ ਦਾ ਟੁਕੜਾ ਲਿਆਇਆ ਹੈ। ਤੋ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਵੀ ਇਹਦਾ ਸਵਾਦ ਦਾ ਨਹੀਂ ਤੁਹਾਨੂੰ ਪਤਾ, ਤੁਸੀਂ ਸ਼ਕਲ ਹੀ ਵੇਖੀ ਹੈ। ਸਤਿਗੁਰੂ ਜੀ ਨੇ ਸੱਜੇ ਹੱਥ ਵਿੱਚ ਉਹ ਕੋਧਰੇ ਦਾ ਟੁਕੜਾ ਲੈ ਲਿਆ ਸੀ ਤੇ ਖੱਬੇ ਹੱਥ ਵਿੱਚ ਘਿਓ ਵਿੱਚ ਨੁੱਚੜਦੇ ਮਾਲ ਪੂੜੇ ਫੜ ਲਏ ਸਨ। ਦੋਹਾਂ ਹੱਥਾਂ ਨੂੰ ਚੁੱਕਿਆ ਤੇ ਕਹਿਣ ਲੱਗੇ, ਮਲਕ ਸਾਹਿਬ ਤੂੰ ਸਵਾਦ ਬਾਰੇ ਜਾਣਨਾ ਚਾਹੁੰਦਾ ਹੈ ਨਾ? ਕਹਿਣ ਲੱਗਾ, ਹਾਂ। ਕਹਿਣ ਲੱਗੇ, ਹੁਣ ਵੇਖ ਲੈ। ਧੰਨ ਗੁਰੂ ਨਾਨਕ ਨੇ ਜਦੋਂ ਹੱਥ ਘੁੱਟੇ ਸਨ ਦੋਵੇਂ, ਤੇ ਸੱਜੇ ਹੱਥ ਦੇ ਕੋਧਰੇ ਦੇ ਟੁਕੜੇ ਵਿੱਚ ਦੁੱਧ ਦੀਆਂ ਧਾਰਾਂ ਚੱਲ ਪਈਆਂ ਸਨ, ਪਰ ਖੱਬੇ ਹੱਥ ਦੇ ਮਾਲ ਪੂੜਿਆਂ ਵਿੱਚੋਂ ਲਹੂ ਦੇ ਤੁਬਕੇ ਡਿੱਗ ਰਹੇ ਸਨ ਥੱਲੇ। ਸਾਰੇ ਲੋਕ ਵੇਖ ਕੇ ਹੈਰਾਨ ਹੋ ਗਏ। ਮਲਕ ਭਾਗੋ ਕਹਿਣ ਲੱਗਾ, ਤੂੰ ਜਾਦੂ ਹੈ, ਗਰ ਹੈ, ਜਾਦੂ ਵਿਖਾਇਆ ਹੈ? ਕਹਿੰਦੇ, ਨਹੀਂ ਮਲਕ ਸਾਹਿਬ, ਤੁਸੀਂ ਜ਼ੁਲਮ ਕਰਕੇ ਲੋਕਾਂ ਕੋਲੋਂ ਪੈਸੇ ਇਕੱਠੇ ਕੀਤੇ ਸੀ ਤੇ ਸਾਧਾਂ ਨੂੰ ਤੁਸੀਂ ਲੋਕਾਂ ਦਾ ਲਹੂ ਹੀ ਪਿਆ ਰਹੇ ਹੋ। ਉਹ ਜਿਹੜੀ ਉਹ ਤੁਹਾਡੀ ਜ਼ੋਰ ਦੀ ਕਮਾਈ ਹੈ ਨਾ, ਖੂਨ ਉਹਦੇ ਵਿੱਚੋਂ ਵਗ ਰਿਹਾ ਹੈ। ਤੇ ਭਾਈ ਲਾਲੋ ਤੇ ਧਰਮ ਦੀ ਕਿਰਤ ਕਰਦਾ ਹੈ, ਸਾਰਾ ਦਿਨ ਮਜ਼ਦੂਰੀ ਕਰਦਾ ਹੈ ਤੇ ਉਹਦੇ ਕੋਧਰੇ ਵਿੱਚੋਂ ਇਹ ਅੰਮ੍ਰਿਤਮਈ ਦੁੱਧ ਟਪਕ ਰਿਹਾ ਹੈ। ਬੋਲੋ ਸਤਨਾਮ ਸ੍ਰੀ। ਐਸਾ ਕ੍ਰਾਂਤੀਕਾਰੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਸੀ। ਉਸ ਵੇਲੇ ਮਲਕ ਭਾਗੋ ਨੂੰ ਵੀ ਸਤਿਗੁਰੂ ਜੀ ਦੇ ਸਾਹਮਣੇ ਝੁਕਣਾ ਪਿਆ ਸੀ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਹੁਣ ਇੱਥੋਂ ਤੀਰਥਾਂ ਨੂੰ ਚੱਲੇ ਸਨ ਤੇ ਤੀਰਥਾਂ ਦੇ ਉੱਤੇ ਵਿਖਾਵਾ ਸੀ, ਪਖੰਡ ਸੀ। ਉਹ ਅੰਦਰ ਆਤਮੇ ਕੋਈ ਪ੍ਰਭੂ ਨਾਲ ਨਹੀਂ ਸਨ ਜੁੜੇ, ਉਹ ਸਿਰਫ ਲੋਕ ਵਿਖਾਵਾ ਤੇ ਲੋਕਾਚਾਰੀ ਹੀ ਕਰਦੇ ਸਨ। ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇੱਥੇ ਪਹੁੰਚੇ ਤੇ ਲੋਕ ਸਵੇਰੇ ਸਵੇਰ ਹਰ ਕੀ ਪੌੜੀ ਸੂਰਜ ਵੱਲ ਨੂੰ ਮੂੰਹ ਕਰਕੇ ਤੇ ਪਾਣੀ ਤਰਪ ਰਹੇ ਸਨ ਸੂਰਜ ਨੂੰ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਹਨਾਂ ਨੂੰ ਸਿੱਖਿਆ ਦੇਣੀ ਸੀ। ਸਤਿਗੁਰੂ ਜੀ ਉਤਰੇ ਹਰ ਕੀ ਪੌੜੀ, ਪਾਣੀ ਵਿੱਚ ਤੇ ਲਹਿੰਦੇ ਵਾਲੇ ਪਾਸੇ ਨੂੰ ਮੂੰਹ ਕਰ ਲਿਆ, ਦੋਹਾਂ ਹੱਥਾਂ ਨਾਲ ਪਾਣੀ ਝੱਟਣ ਲੱਗ ਪਏ। ਲੋਕ ਕਹਿਣ ਲੱਗੇ, ਕੱਪੜੇ ਤੇ ਸਾਧੂਆਂ ਵਰਗੇ ਪਾਏ ਹਨ, ਪਰ ਇਸ ਪਾਸੇ ਨੂੰ ਪਾਣੀ ਕਿਹਨੂੰ ਦੇ ਰਿਹਾ ਹੈ? ਸਤਿਗੁਰੂ ਜੀ ਕਹਿਣ ਲੱਗੇ, ਤੁਸੀਂ ਦੱਸੋ, ਤੁਸੀਂ ਕੀ ਕਰ ਰਹੇ ਹੋ? ਕਹਿਣ ਲੱਗੇ ਕਿ ਅਸੀਂ ਤੇ ਸੂਰਜ ਲੋਕ ਨੂੰ ਪਾਣੀ ਦੇ ਰਹੇ ਹਾਂ, ਸਾਡੇ ਵੱਡੇ ਵਡਾਰੇ ਜਿਹੜੇ ਪਿਤਰ ਹਨ ਉਹਨਾਂ ਨੂੰ ਇਹ ਪਾਣੀ ਪਹੁੰਚਦਾ ਹੈ। ਕਹਿੰਦੇ, ਕਿਤਨੀ ਦੂਰ ਹੈ? ਕਹਿੰਦੇ, 9 ਕਰੋੜ ਯੋਜਨ ਹੈ, ਭਾਵ 36 ਲੱਖ ਕੋ। ਸਤਿਗੁਰੂ ਜੀ ਫੇਰ ਹੱਥ ਦੋਹਾਂ ਨਾਲ ਝਟਣਾ ਸ਼ੁਰੂ ਕਰ ਦਿੱਤਾ। ਤੋ ਕਹਿਣ ਲੱਗੇ, ਤੁਸੀਂ ਹੁਣ ਦੱਸੋ। ਕਹਿਣ ਲੱਗੇ, ਮੈਂ ਤੇ ਆਪਣੇ ਲਾਈ ਹੋਈ ਖੇਤੀ ਨੂੰ ਪਾਣੀ ਦੇ ਰਿਹਾ ਹਾਂ। ਕਹਿਣ ਲੱਗੇ, ਕਿੱਡੀ ਦੂਰ ਖੇਤੀ ਹੈ? ਕਹਿੰਦੇ, ਹੋਊਗੀ 200-300 ਮੀਲ।
ਤੋ ਕਹਿਣ ਲੱਗੇ ਪਾਣੀ ਤੇ ਤੇਰਾ ਗੰਗਾ ਵਿੱਚ ਡਿੱਗਦਾ ਜਾਂਦਾ ਹੈ। ਤੇ ਸਤਿਗੁਰੂ ਜੀ ਕਹ ਜੇ ਡਿੱਗਦਾ ਤੇ ਤੁਹਾਡਾ ਵੀ ਗੰਗਾ 'ਚ ਹੀ ਹੈ। ਜੇ ਤੁਹਾਡਾ 36 ਕਰੋੜ ਕੋਹ ਤੇ ਪਹੁੰਚ ਸਕਦਾ ਹੈ ਤੇ ਮੇਰਾ 200 ਮੀਲ ਤੇ ਨਾ ਪਹੁੰਚੇਗਾ। ਸਾਰੇ ਨਿਰੁੱਤਰ ਹੋ ਗਏ, ਕੋਈ ਉਹਨਾਂ ਨੂੰ ਗੱਲ ਨਹੀਂ ਆਈ। ਫਿਰ ਸਤਿਗੁਰੂ ਪਾਤਸ਼ਾਹ ਜੀ ਇੱਥੇ ਬੈਠੇ ਤੇ ਕਹਿੰਦੇ ਆਓ ਤੁਹਾਨੂੰ ਭੋਜਨ ਛਕਾ ਲਿਆਈਏ ਨਾਨਕ। ਸਤਿਗੁਰੂ ਜੀ ਨਾਲ ਤੁਰ ਪਏ। ਤੇ ਮੈਂ 1965 ਵਿੱਚ ਜਦੋਂ ਹੇਮਕੁੰਡ ਦੀ ਯਾਤਰਾ ਤੇ ਗਿਆ ਸਾਂ, ਉਦੋਂ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਅਸਥਾਨ ਮੌਜੂਦ ਸੀ। ਉਸ ਥਾਂ ਦਾ ਨਾਮ ਗਿਆਨ ਗੋਦੜੀ ਲੋਕ ਕਹਿੰਦੇ ਸਨ। ਉੱਥੇ ਇਹ ਪੰਡਤ ਮਿਲ ਕੇ ਭੋਜਨ ਤਿਆਰ ਕਰਕੇ ਛਕਦੇ ਹੁੰਦੇ ਸਨ। ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੀ ਇੱਥੇ ਚਲੇ ਗਏ ਤੇ ਪੰਡਤਾਂ ਨੇ ਪਹਿਲੋਂ ਇਹ ਲੱਕੜਾਂ ਵੀ ਧੋ ਕੇ ਸੁਕਾਉਂਦੇ ਸਨ ਤੇ ਕਣਕ ਵੀ ਧੋ ਕੇ ਪੀਂਦੇ ਹਸਨ ਆਪਣੇ ਹੱਥੀਂ। ਤੋ ਗਾਂ ਦੇ ਗੋਹੇ ਨਾਲ ਥਾਂ ਲਿਪਦੇ ਸਨ ਤੇ 4 ਚਫੇਰੇ ਲਕੀਰ ਮੰਤਰ ਪੜ੍ਹ ਕੇ ਕੱਢਦੇ ਸਨ ਤੇ ਫਿਰ ਆਪਣੇ ਕੱਪੜੇ ਲਾਹ ਕੇ ਜੰਨੂ ਕੰਨ ਤੇ ਟੰਗ ਕੇ ਤੇ ਉਸ ਵਿੱਚ ਬੈਠ ਕੇ ਸਾਰੇ ਭੋਜਨ ਖਾਂਦੇ ਸਨ। ਜਦੋਂ ਸਤਿਗੁਰੂ ਜੀ ਵੀ ਇੱਥੇ ਗਏ ਤੇ ਸਤਿਗੁਰੂ ਕਹਿੰਦੇ ਵੀ ਭੋਜਨ ਤੇ ਪਿੱਟਿਆ ਗਿਆ ਹੈ। ਕਹਿਣ ਲੱਗੇ ਨਾਨਕ ਬੜੀ ਉੱਚੀ ਕੁਲ ਦੇ ਬ੍ਰਾਹਮਣਾਂ ਨੇ ਤਿਆਰ ਕੀਤਾ, ਸਭ ਰਾਸ਼ਨ ਪਾਣੀ ਧੋਤਾ, ਇੱਥੋਂ ਤੱਕ ਲੱਕੜਾਂ ਵੀ ਧੋਤੀਆਂ, ਵੇਦ ਮੰਤਰ ਪੜ੍ਹ ਕੇ ਲਕੀਰ ਖਿੱਚੀ ਤੇ ਫਿਰ ਇਹ ਭੋਜਨ ਤਿਆਰ ਹੋ ਗਿਆ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵੇਲੇ ਸ਼ਬਦ ਉਚਾਰਿਆ ਸੀ, ਸ੍ਰੀ ਰਾਗ ਦੀ ਵਾਰ ਵਿੱਚ ਆਉਂਦਾ ਹੈ, ਕਬੁੱਧ ਡੂਮਣੀ ਕੁਦਾਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਕੰਡਾਲ, ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ। ਕਹਿਣ ਲੱਗੇ ਖੋਟੀ ਬੁੱਧੀ ਹੈ, ਗਰੀਬਾਂ ਮਜਲੂਮਾਂ ਤੇ ਜ਼ੁਲਮ ਕਰਦੇ ਹੋ ਤੇ ਉਹ ਡੂਮਣੀ ਹੈ, ਮਰਾਸਣ ਹੈ। ਕੁਦਇਆ ਕਸਾਇਣ ਜਿਹੜੇ ਜੀਵਾਂ ਨੂੰ ਮਾਰਦੇ ਹੋ, ਦਇਆ ਨਹੀਂ ਕਰਦੇ, ਇਹ ਕਸਾਈ ਦੀ ਇਸਤਰੀ ਹੈ। ਪਰ ਨਿੰਦਾ ਲੋਕਾਂ ਦੀ ਨਿੰਦਾ ਕਰਦੇ ਹੋ, ਇਹ ਤੁਹਾਡੇ ਅੰਦਰ ਮੈਲ ਸਾਫ਼ ਕਰਨ ਵਾਲੀ ਹੈ। ਤੇ ਕ੍ਰੋਧ ਚੰਡਾਲ ਤੁਹਾਡੇ ਅੰਦਰ ਬੈਠਾ ਹੈ। ਤੁਹਾਡੀਆਂ ਬਾਹਰੋਂ ਲਕੀਰਾਂ ਖਿੱਚੀਆਂ ਕੀ ਕਰਨਗੀਆਂ ਜਦੋਂ ਚਾਰੇ ਵਿਕਾਰ ਤੁਹਾਡੇ ਨਾਲ ਬੈਠੇ ਹਨ। ਇਸ ਕਰਕੇ ਚੌਂਕਾ ਪਿੱਟਿਆ ਗਿਆ ਤੇ ਅਸੀਂ ਇਹ ਭੋਜਨ ਨਹੀਂ ਛਕਾਂਗੇ। ਸਾਰਿਆਂ ਨੇ ਮੰਨ ਲਿਆ, ਕਿਉਂਕਿ ਗੁਰੂ ਨਾਨਕ ਦੇ ਸਾਹਮਣੇ ਕੋਈ ਝੂਠ ਨਹੀਂ ਸੀ ਬੋਲ ਸਕਦਾ, ਕਿਉਂਕਿ ਉਹ ਅੰਦਰ ਦੀਆਂ ਜਾਣਦੇ ਸਨ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਹਿੰਦੇ ਨਾਨਕ ਬਈ ਮਨ ਰੂਪੀ ਚੌਂਕਾ ਕਿਵੇਂ ਸੁੱਚਾ ਹੋਵੇ, ਇਹ ਵੀ ਦੱਸ ਦਿਓ। ਤੋ ਸੱਚ ਸੰਜਮ, ਸਤਿਗੁਰੂ ਕਹਿੰਦੇ ਸੰਜਮ ਵਿੱਚ ਰਹਿਣਾ ਤੇ ਸੱਚ ਬੋਲਣਾ। ਸੰਜਮ ਹੈ ਅੱਖਾਂ ਦਾ ਸੰਜਮ, ਪਰਾਇਆ ਰੂਪ ਨਹੀਂ ਵੇਖਣਾ। ਕੰਨਾਂ ਦਾ ਸੰਜਮ, ਚੁਗਲੀ ਨਿੰਦਿਆ ਨਹੀਂ ਸੁਣਨੀ। ਜ਼ੁਬਾਨ ਦਾ ਸੰਜਮ, ਕੂੜ ਝੂਠ ਬੁਰੀ ਗੱਲ ਨਹੀਂ ਕਰਨੀ। ਪੈਰਾਂ ਦਾ ਸੰਜਮ, ਪੈਰਾਂ ਨਾਲ ਤੁਰ ਕੇ ਬੁਰੇ ਪਾਸੇ ਨਹੀਂ ਜਾਣਾ। ਹੱਥਾਂ ਦਾ ਸੰਜਮ, ਹੱਥਾਂ ਨਾਲ ਬੁਰੀ ਕਿਰਤ ਨਹੀਂ ਕਰਨੀ। ਸੱਚ ਸੰਜਮ ਕਰਨੀ ਕਾਰਾਂ ਤੇ ਨੇਕ ਕਮਾਈ ਕਰਨੀ, ਇਹ ਲਕੀਰਾਂ ਖਿੱਚਣੀਆਂ ਹਨ। ਨਾਵਣ ਨਾਉ ਜਪੇ ਹੀ, ਤੁਸੀਂ ਦੇ ਬਾਹਰੋਂ ਪਿੰਡਾ ਧੋਂਦੇ ਹੋ ਤੇ ਅੰਦਰ ਵਿਕਾਰ ਹਨ, ਪਰ ਮਨ ਨੂੰ ਵੀ ਸਾਫ਼ ਕਰਨਾ ਹੈ। ਮਨ ਦੀ ਮੈਲ ਤੇ ਪ੍ਰਭੂ ਦਾ ਨਾਮ ਜਪ ਕੇ ਹੀ ਉਤਰਦੀ ਹੈ। ਨਾਨਕ ਅੱਗੇ ਉੱਤਮ ਸੇਈ, ਜੇ ਪਾਪਾਂ ਪੰਧ ਨਾ ਦੇਹੀ। ਸਤਿਗੁਰੂ ਕਹਿੰਦੇ ਇੱਥੇ ਤੇ ਤੁਸੀਂ ਆਪਣੇ ਆਪ ਨੂੰ ਉੱਤਮ ਬ੍ਰਾਹਮਣ ਮੰਨਦੇ ਹੋ, ਪਰ ਸੱਚੇ ਦੀ ਦਰਗਾਹ ਵਿੱਚ ਉੱਤਮ ਉਹ ਹੈ ਜਿਹੜੇ ਪਾਪਾਂ ਦੇ ਰਸਤੇ ਤੇ ਪੈਰ ਨਹੀਂ ਰੱਖਦਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਹਰਿਦੁਆਰ ਹਰ ਕੀ ਪੌੜੀ ਵਿੱਚ ਜਾ ਕੇ ਉਹਨਾਂ ਨੂੰ ਉਪਦੇਸ਼ ਦਿੱਤਾ ਸੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਨਾਰਸ ਵੀ ਪਹੁੰਚੇ ਸਨ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜਗਨਨਾਥਪੁਰੀ ਵਿੱਚ ਵੀ ਗਏ ਸਨ। ਉੱਥੇ ਪੰਡਤ ਜਗਨਨਾਥ ਦੀ ਮੂਰਤੀ ਦੇ ਸਾਹਮਣੇ ਚਾਂਦੀ ਦੇ ਥਾਲ ਵਿੱਚ ਜੋਤਾਂ ਜਗਾ ਕੇ ਮੋਤੀ ਆਦਿਕ ਜੜ ਕੇ ਤੇ ਇਹ ਆਰਤੀ ਉਤਾਰਦੇ ਸਨ। ਗੁਰੂ ਨਾਨਕ ਜੀ ਵੀ ਨਾਲ ਕਿਹਾ ਕਿ ਤੁਸੀਂ ਸ਼ਾਮਲ ਹੋਵੋ, ਪਰ ਗੁਰੂ ਨਾਨਕ ਪਿੱਛੇ ਖਲੋਤੇ ਰਹੇ ਤੇ ਪੰਡਤਾਂ ਨੇ ਕਿਹਾ ਤੁਸੀਂ ਆਰਤੀ ਵਿੱਚ ਸ਼ਾਮਲ ਨਹੀਂ ਹੋਏ, ਤੁਹਾਡਾ ਸਾਧੂਆਂ ਵਾਲਾ ਲਿਬਾਸ ਹੈ। ਸਤਿਗੁਰੂ ਕਹਿਣ ਲੱਗੇ ਤੇ ਮੇਰਾ ਜਿਹੜਾ ਜਗਤ ਦਾ ਮਾਲਕ ਹੈ ਨਾ, ਉਹ ਬਹੁਤ ਵੱਡਾ ਹੈ ਤੇ ਉਹ ਸਰਵ ਵਿਆਪੀ ਹੈ।
ਉਹ ਸਾਰੇ ਬ੍ਰਹਿਮੰਡ ਵਿੱਚ ਜਰਰੇ ਜਰਰੇ ਵਿੱਚ ਵਿਆਪਕ ਹੈ। ਆਕਾਸ਼ ਰੂਪੀ ਥਾਲ ਹੈ ਤੇ ਸੂਰਜ ਤੇ ਚੰਦਰਮਾ ਉਸ ਵਿੱਚ ਦੀਵੇ ਜੜੇ ਹੋਏ ਹਨ। ਤਾਰਿਆਂ ਦਾ ਮੰਡਲ ਚਮਕਦੇ ਹੋਏ ਮੋਤੀ ਜੜੇ ਹੋਏ ਹਨ। ਅਤੇ ਇਹ ਤੁਸੀਂ ਧੂਪ ਦਿਖਾ ਰਹੇ ਹੋ ਮਲ ਆਦਿਕ ਪਰਬਤਾਂ ਤੋਂ ਜਿਹੜੀ ਚੰਦਨ ਦੇ ਦਰਖਤਾਂ ਦੇ ਨਾਲ ਹਵਾ ਲੱਗ ਕੇ ਆਉਂਦੀ ਹੈ, ਉਹ ਸੁਗੰਧੀ ਹੈ। ਤੋ ਹਵਾ ਚੌਰ ਕਰ ਰਹੀ ਹੈ। ਐਸਾ ਹੈ ਮੇਰਾ ਵਾਹਿਗੁਰੂ ਅਕਾਲ ਪੁਰਖ। ਉਹਦੇ ਹਜ਼ਾਰਾਂ ਰੂਪ ਹਨ, ਕਿਉਂਕਿ ਸਾਰਿਆਂ ਅੰਦਰ ਉਹ ਵਸਦਾ ਹੈ, ਪਰ ਵਾਸਤਵ ਵਿੱਚ ਉਹਦਾ ਸਰੀਰ ਕੋਈ ਨਹੀਂ ਦਿਸਦਾ ਨਹੀਂ, ਇਸ ਕਰਕੇ ਉਹ ਨਹੀਂ। ਇਹ ਸਾਰਾ ਹੀ ਸ਼ਬਦ ਗਗਨ ਮਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ सहस तव नयन न नैन है तोहि को सहस मूर्त नना एक तोहि सहस पद विमल नन एक पद गंध बिन सहस तव गंध इव चलत मोही सम जोत जोत है सोए तिस दे चानन तिस कै चानन। इत्थे क्योंकि आरती विच कै है। सम है चानन होए गुर साखी जोत प्रगट होए जो तिस भावै सो आरती होए हर चरण कवल मकरंद लोभित मनो अन दिन मोहे आही प्यासा कृपा जल दे नानक सारंग को होए जाते तेरे नाम वासा। आरती विच नाम है। ਇਹ ਸਤਿਗੁਰੂ ਜੀ ਨੇ ਸਾਰੇ ਦਾ ਸਾਰਾ ਸ਼ਬਦ ਉਚਾਰ ਕੇ ਇਹਨਾਂ ਨੂੰ ਸਿੱਖਿਆ ਦਿੱਤੀ ਸੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਇਲਾਕੇ ਨੂੰ ਤਾਰ ਕੇ ਜਦੋਂ ਤ੍ਰਿਆ ਰਾਜ ਦੀ ਹੱਦ ਲੰਘੇ ਤੇ ਭਰਥਰੀ ਦੇ ਆਸ਼ਰਮ ਦੇ ਬਾਹਰ ਆਣ ਬੈਠੇ ਸਨ। ਅੰਦਰੋਂ ਇੱਕ ਨੌਕਰ ਨਿਕਲਿਆ। ਉਸਨੇ ਪੁੱਛਿਆ, ਜਦੋਂ ਭਰਥਰੀ ਨੂੰ ਪਤਾ ਲੱਗਾ ਤੇ ਸਤਿਗੁਰੂ ਜੀ ਨੂੰ ਮਿਲਣ ਵਾਸਤੇ ਆਇਆ। ਸਤਿਗੁਰੂ ਜੀ ਨੂੰ ਲੈ ਕੇ ਆਪਣੇ ਆਸ਼ਰਮ ਵਿੱਚ ਚਲੇ ਗਿਆ ਸੀ। ਕਹਿੰਦਾ, ਮੈਂ ਬਹੁਤ ਸਮੇਂ ਤੋਂ ਇੱਥੇ ਬੈਠਾ ਹੈ ਬਾਬਾ ਨਾਨਕ ਤੇਰੀ ਉਡੀਕ ਕਰ ਰਿਹਾ ਹਾਂ। ਕਿਸੇ ਵੇਲੇ ਨਾਰਦ ਮੁਨੀ ਤੇ ਮੈਂ ਕੁਝ ਸਵਾਲ ਕੀਤੇ ਸਨ। ਉਹਨਾਂ ਦਿਨਾਂ ਵਿੱਚ 1500 ਸਾਲ ਤੋਂ ਵੱਧ ਭਰਥਰੀ ਦੀ ਉਮਰ ਸੀ ਜਦੋਂ ਗੁਰੂ ਨਾਨਕ ਨੂੰ ਮਿਲਿਆ, ਕਿਉਂਕਿ ਇਹ ਰਾਜੇ ਬਿਕਰਮਾਦਿੱਤ ਦਾ ਸੰਵਤ ਚੱਲ ਰਿਹਾ ਹੈ ਨਾ। ਇਹ 2000 ਤੇ ਕੁਛ 70-72 ਦੇ ਨੇੜੇ ਹੈ। ਇਹ ਉਹਦਾ ਬਿਕਰਮਾਦਿੱਤ ਭਰਥਰੀ ਦਾ ਛੋਟਾ ਭਰਾ ਸੀ। ਇਸ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਦੋਂ ਮਿਲੇ ਤੇ ਉਸ ਵੇਲੇ ਕਹਿਣ ਲੱਗਾ ਕਿ ਮੈਂ ਭਰਥਰੀ ਨੂੰ ਕਿਹਾ ਸੀ ਉਹ ਕਿ ਮੈਨੂੰ ਇਨ ਸਵਾਲਾਂ ਦਾ ਜਵਾਬ ਦੇ। ਉਸਨੇ ਕਿਹਾ, ਪਾਰ ਬ੍ਰਹਮ ਪਰਮੇਸ਼ਰ ਰੂਪ ਗੁਰੂ ਨਾਨਕ ਸੰਸਾਰ ਤੇ ਆ ਗਏ ਹਨ, ਉਹ ਤੇਰੇ ਸਵਾਲ ਦਾ ਜਵਾਬ ਦੇਣਗੇ, ਇੱਥੇ ਬੈਠਾ ਰਹੋ, ਮੈਂ ਉਡੀਕ ਰਿਹਾ ਹਾਂ। ਤੋ ਉਸ ਵੇਲੇ ਆਪਣੇ ਇੱਕ ਚੇਲੇ ਨੂੰ ਕਹਿੰਦਾ, ਬਾਲਿਆ ਲਿਆ ਪਿਆਲਾ ਭਰ ਕੇ, ਨਾਨਕ ਨੂੰ ਪਿਆ, ਇਹਦੀ ਲਿਵ ਲੱਗ ਜਾਵੇ। ਤੇ ਜਦੋਂ ਲਿਆਂਦਾ ਤੇ ਕਹਿੰਦੇ, ਇਹ ਕੀ ਹੈ? ਕਹਿਣ ਲੱਗਾ, ਪਿਓਰ ਗੁੜ ਪਾਇਆ ਹੈ, ਵਿੱਚ ਸੱਕ ਪਾਏ ਹਨ, ਧਾਵਿਆਂ ਦੇ ਫੁੱਲ ਪਾਏ ਹਨ। ਉਹ ਤੋਂ ਮੁੜ ਕੇ ਕੁਛ ਚਿਰ ਪਿਛੋਂ ਤਰਕ ਜਾਂਦਾ ਹੈ ਤੇ ਭੱਠੀ ਤੇ ਰੱਖ ਕੇ ਪਿਆਲਾ ਕੱਢਿਆ ਜਾਂਦਾ ਹੈ। ਜਦੋਂ ਪੀਂਦੇ ਹੈ ਤੇ ਸੁਰਤੀ ਲੱਗ ਜਾਂਦੀ ਹੈ। ਤੇ ਸਤਿਗੁਰੂ ਕਹਿੰਦੇ, ਕਿੰਨਾ ਕੁ ਚਿਰ ਇਹਦਾ ਨਸ਼ਾ ਰਹਿੰਦਾ ਹੈ? ਕਹਿੰਦੇ, ਜਦੋਂ ਘਟਦਾ ਹੈ ਫੇਰ ਪੀ ਲਈਦੀ ਹੈ। ਸਤਿਗੁਰੂ ਕਹਿਣ ਲੱਗੇ, ਇੱਕ ਐਸਾ ਵੀ ਹੈ ਨਸ਼ਾ ਜਿਹੜਾ ਕਦੀ ਵੀ ਉਤਰਦਾ ਨਹੀਂ। ਕਹਿਣ ਲੱਗਾ, ਜੇ ਕੋਈ ਹੈ ਤੇ ਦੱਸ। ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਸਾ ਰਾਗ ਵਿੱਚ ਇੱਕ ਸ਼ਬਦ ਉਚਾਰਿਆ ਸੀ, ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਪਸ ਕਸ ਪਾਈਐ ਪਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਪਿਆਈਐ। ਬਾਬਾ ਮਨਮਤ ਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ ਐਨਿਸ ਬਨੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ ਪੂਰਾ ਸਾਚ ਪਿਆਲਾ ਸਹਜੇ ਤਿਸੇ ਪਿਆਏ ਜਾਂ ਕੋ ਨਜ਼ਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੇ ਕਿਆ ਮਦ ਛੂਛੇ ਭਾਉ ਧਰੇ। ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਭਇਆ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠੇ ਕਰੇ ਕਿਆ ਸਬਦੀ ਰੱਤਾ ਸਦ ਬੈਰਾਗੀ ਜੂਏ ਜਨਮ ਨਹਾਰੇ ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੇ।
ਇਹ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਸੀ। ਧੰਨ ਗੁਰੂ ਨਾਨਕ ਸੰਸਾਰ ਦੇ ਜੀਵਾਂ ਨੂੰ ਤਾਰਨ ਆਏ ਸਨ। ਤੇ ਉਹ ਕਹਿੰਦੇ ਹਨ, ਹੇ ਬਾਬਾ ਨਾਨਕ, ਜਿਤਨੇ ਲੋਕਾਂ ਨੂੰ ਤੂੰ ਤਾਰਿਆ ਤੇ ਜਿੱਥੇ ਜਿੱਥੇ ਗਿਆ ਕੋਈ ਤਾਰੇ ਤੇ ਗਿਣ ਲਵੇ, ਪਰ ਤੇਰੇ ਤਾਰੇ ਗਿਣੇ ਨਹੀਂ ਜਾ ਸਕਦੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ 550ਵਾਂ ਸਾਲ ਦਾ ਅਸੀਂ ਗੁਰਪੁਰਬ ਮਨਾ ਰਹੇ ਹਾਂ। ਜੇ ਸਤਿਗੁਰੂ ਸਾਡੇ ਤੇ ਕਿਰਪਾ ਕਰਨ ਤੇ ਅਸੀਂ ਗੁਰੂ ਨਾਨਕ ਦੇ ਉਪਦੇਸ਼ ਨਾਲ, ਗੁਰੂ ਨਾਨਕ ਦੇ ਮੂਲ ਮੰਤਰ ਨਾਲ, ਗੁਰੂ ਨਾਨਕ ਦੇ ਨਾਮ ਨਾਲ, ਗੁਰੂ ਨਾਨਕ ਦੀ ਬਾਣੀ ਨਾਲ ਜੁੜੀਏ। ਧਰਮ ਦੀ ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਕੇ ਛਕਣਾ, ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਤੇ ਸਾਡਾ ਮਨਾਇਆ ਹੋਇਆ ਗੁਰਪੁਰਬ ਸਫਲਾ ਹੋ ਜਾਵੇ। ਅਸੀਂ ਲੋਕ ਸੁਖੀ ਤੇ ਪਰਲੋਕ ਸੁਹਲੇ ਹੋਈਏ। ਇੰਨਾ ਹੀ ਕਹਿੰਦਾ ਹੋਇਆ ਫਤਿਹ ਗਜਾਉਂਦਾ ਹਾਂ। ਤੋ ਇਹ ਵੀ ਜਿਹੜਾ ਸਿੰਘਾਂ ਨੇ ਉਪਰਾਲਾ ਕੀਤਾ ਹੈ, ਬੜਾ ਚੰਗਾ ਕੀਤਾ ਹੈ। ਤੁਸਾਂ ਮਹਾਰਾਜ ਕਿਰਪਾ ਕਰਨ, ਤੁਹਾਨੂੰ ਬਲ ਬਖਸ਼ੇ ਰਹਿਣ ਤੇ ਇਸੇ ਤਰ੍ਹਾਂ ਚੜ੍ਹਦੀਆਂ ਕਲਾ ਵਿੱਚ ਗੁਰੂ ਘਰ ਦੀ ਸੇਵਾ ਵਿੱਚ ਜੁੜੇ ਰਹੋ। ਇੰਨਾ ਹੀ ਕਹਿੰਦਾ ਹੋਇਆ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।